पिछले ਲੈਕਚਰ 'ਚ ਅਸੀਂ ਪਰਫੈਕਟ ਕੰਪੀਟੀਸ਼ਨ ਪੂਰਨ ਪ੍ਰਤੀਯੋਗਿਤਾ ਡਿਸਕਸ ਕੀਤਾ ਸੀ। ਅੱਜ ਦਾ ਟੌਪਿਕ DECC 132 ਪ੍ਰਿੰਸੀਪਲਸ ਆਫ ਮਾਈਕਰੋ ਇਕਨੋਮਿਕਸ ਜਿਹਨੂੰ ਵਿਅਕਤੀਗਤ ਅਰਥਸ਼ਾਸਤਰ ਦੇ ਸਿਧਾਂਤ ਪਾਰਟ 2 ਦੇ ਵਿੱਚ ਅਸੀਂ ਸੈਕੰਡ ਟੌਪਿਕ ਜਿਹੜਾ ਮੋਨੋਪੋਲੀ ਐਂਡ ਡਿਟਰਮੀਨੇਸ਼ਨ ਆਫ ਪ੍ਰਾਈਸ, ਇਹਨੂੰ ਪੰਜਾਬੀ 'ਚ ਕਹਿੰਦੇ ਆ ਏਕਾਧਿਕਾਰ ਅਤੇ ਸੰਤੁਲਨ ਕੀਮਤ ਦਾ ਨਿਰਧਾਰਨ। ਇਹ ਅਸੀਂ ਅੱਜ ਡਿਸਕਸ ਕਰਾਂਗੇ। ਏਕਾਧਿਕਾਰ ਜਿਸ ਤਰ੍ਹਾਂ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਉਹ ਵਿਅਕਤੀਗਤ ਇਕਾਈ, ਫਰਮ ਦੀ ਇਕਾਈ ਜਿਸ ਦਾ ਬਾਜ਼ਾਰ ਤੇ ਪੂਰਾ ਅਧਿਕਾਰ ਹੋਵੇ। ਮਤਲਬ ਇੱਕ ਫਰਮ ਜਿਹੜੀ ਕਿ ਉਦਯੋਗ ਅਤੇ ਫਰਮ ਦੇ ਵਿੱਚ ਕੋਈ ਅੰਤਰ ਨਾ ਹੋਵੇ, ਉਦਯੋਗ ਹੀ ਫਰਮ ਹੋਵੇ, ਫਰਮ ਹੀ ਉਦਯੋਗ ਹੋਵੇ, ਉਸ ਦਾ ਬਾਜ਼ਾਰ ਤੇ ਪੂਰਨ ਅਧਿਕਾਰ ਹੋਵੇ। ਜਿਹੜੀ ਵਸਤੂ ਦਾ ਉਤਪਾਦਨ ਇਹ ਫਰਮ ਕਰੇ, ਉਸ ਦੇ ਨਾਲ ਦੀ ਕੋਈ ਵੀ ਵਸਤੂ ਜਿਹੜੀ ਹੈ ਕੋਈ ਹੋਰ ਫਰਮ ਉਤਪਾਦਨ ਨਾ ਕਰੇ। ਤਾਂ ਇਹ ਫਰਮ ਜਿਹੜੀ ਹੈ ਕਿਵੇਂ ਸੰਤੁਲਨ ਕੀਮਤ ਦਾ ਨਿਰਧਾਰਨ ਕਰਦੀ ਹੈ, ਉਸ ਨੂੰ ਅਸੀਂ ਅੱਜ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਏਕਾਧਿਕਾਰ ਹੁੰਦਾ ਕੀ ਹੈ। ਤਾਂ ਕਟਸਿਓਨਿਸ ਇੱਕ ਅਰਥਸ਼ਾਸਤਰੀ ਹੈ, ਉਸ ਦੇ ਮੁਤਾਬਕ ਏਕਾਧਿਕਾਰੀ ਦਾ ਮਤਲਬ ਕੀ ਹੈ, ਏਕਾਧਿਕਾਰ ਦਾ ਮਤਲਬ ਕੀ ਹੈ ਕਿ ਏਕਾਧਿਕਾਰ ਬਾਜ਼ਾਰ ਦੀ ਉਹ ਹਾਲਤ ਹੈ, ਉਹ ਸਥਿਤੀ ਹੈ ਜਿਸ ਦੇ ਵਿੱਚ ਸਿਰਫ ਇੱਕ ਹੀ ਵੇਚਣ ਵਾਲਾ ਹੁੰਦਾ, ਇੱਕ ਹੀ ਪੈਦਾ ਕਰਨ ਵਾਲਾ ਹੁੰਦਾ ਵਸਤੂਆਂ ਦਾ, ਅਤੇ ਜਿਸ ਵਸਤੂ ਦਾ ਇਹ ਫਰਮ ਉਤਪਾਦਨ ਕਰਦੀ ਹੈ ਉਸ ਦਾ ਕੋਈ ਨਜ਼ਦੀਕੀ ਪ੍ਰਤਿਸਥਾਪਨ ਨਹੀਂ ਹੁੰਦਾ। ਇਸ ਦਾ ਮਤਲਬ ਹੈ ਕਿ ਜਿਹੜੀ ਵਸਤੂ ਦਾ ਇਹ ਫਰਮ ਉਤਪਾਦਨ ਕਰਦੀ ਹੈ ਉਸ ਦੇ ਨਾਲ ਦੀ ਵੀ ਕੋਈ ਵਸਤੂ, ਉਸ ਦੇ ਸਥਾਨ ਤੇ ਕੋਈ ਹੋਰ ਵਸਤੂ ਦਾ ਉਤਪਾਦਨ ਕੋਈ ਦੂਸਰੀ ਫਰਮ ਨਹੀਂ ਕਰਦੀ। ਅਤੇ ਕਿਉਂਕਿ ਫਰਮ ਹੀ ਉਦਯੋਗ ਹੁੰਦੀ ਹੈ ਅਤੇ ਉਦਯੋਗ ਹੀ ਫਰਮ ਹੁੰਦੀ ਹੈ, ਇਸ ਕਰਕੇ ਕੋਈ ਨਵੀਂ ਫਰਮ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਦਾਖਲ ਨਹੀਂ ਹੋ ਸਕਦੀ। ਕਿਉਂਕਿ ਜੇ ਮਾਰਕੀਟ ਦੇ ਵਿੱਚ ਦਾਖਲ ਹੋ ਜਾਏਗੀ ਤਾਂ ਮੋਨੋਪੋਲੀ ਖਤਮ ਹੋ ਜਾਏਗੀ, ਡੂਓਪੋਲੀ ਬਣ ਜਾਏਗੀ ਜਾਂ ਓਲੀਗੋਪੋਲੀ ਬਣ ਜਾਏਗੀ, ਜੋ ਹੋਰ ਫਰਮਾਂ ਮਾਰਕੀਟ 'ਚ ਆ ਜਾਂਦੀਆਂ ਨੇ। ਨਾ ਹੀ ਫਰਮ ਜਿਹੜਾ ਆਪਣਾ ਉਤਪਾਦਨ ਬੰਦ ਕਰ ਸਕਦੀ ਹੈ। ਕਿਉਂ ਨਹੀਂ ਬੰਦ ਕਰ ਸਕਦੀ? ਇੱਕੋ ਹੀ ਫਰਮ ਹੈ, ਜੇ ਉਹੀ ਆਪਣਾ ਫਰਮ ਉਤਪਾਦਨ ਬੰਦ ਕਰ ਦੇਗੀ ਤਾਂ ਏਕਾਧਿਕਾਰ ਕੀ ਹੈ, ਖਤਮ ਹੋ ਜਾਏਗਾ। ਤਾਂ ਮੈਂ ਰਿਪੀਟ ਕਰਦਾ ਕਿ ਏਕਾਧਿਕਾਰ ਬਾਜ਼ਾਰ ਦੀ ਉਹ ਸਥਿਤੀ ਹੈ, ਉਹ ਹਾਲਤ ਹੈ ਜਿਸ ਦੇ ਵਿੱਚ ਸਿਰਫ ਇੱਕ ਹੀ ਵੇਚਣ ਵਾਲਾ ਹੁੰਦਾ ਹੈ। ਜਿਸ ਵਸਤੂ ਦਾ ਉਤਪਾਦਨ ਇਹ ਫਰਮ ਕਰੇ ਉਸ ਦਾ ਕੋਈ ਨਜ਼ਦੀਕੀ ਪ੍ਰਤਿਸਥਾਪਨ ਬਾਜ਼ਾਰ ਵਿੱਚ ਉਪਲਬਧ ਨਹੀਂ ਹੁੰਦਾ ਅਤੇ ਫਰਮ ਦੇ ਬਾਜ਼ਾਰ ਦੇ ਵਿੱਚ ਆਉਣ ਅਤੇ ਛੱਡਣ ਤੇ ਪਾਬੰਦੀ ਹੁੰਦੀ ਹੈ। ਇਹ ਹੈ ਏਕਾਧਿਕਾਰ ਦੀ ਡੈਫੀਨੇਸ਼ਨ ਕਟਸਿਓਨਿਸ ਦੇ ਮੁਤਾਬਕ। ਹੋਰ ਵੀ ਕਈ ਅਰਥਸ਼ਾਸਤਰੀ ਹੈ ਜਿਨ੍ਹਾਂ ਨੇ ਆਪਣੀ ਪਰਿਭਾਸ਼ਾ ਦਿੱਤੀ ਹੈ, ਉਸ ਨੂੰ ਡਿਸਕਸ ਕਰਨ ਦੀ ਲੋੜ ਨਹੀਂ ਹੈ। ਤਾਂ ਵਿਸ਼ੇਸ਼ਤਾਵਾਂ ਦੇ ਵਿੱਚ ਇਸ ਦੀ ਡੈਫੀਨੇਸ਼ਨ ਜਿਹੜੀ ਹੈ ਜ਼ਿਆਦਾ ਕਲੀਅਰ ਹੋ ਜਾਏਗੀ। ਤਾਂ ਫੀਚਰਸ, ਜਿਸ ਨੂੰ ਅਸੀਂ ਕਰੈਕਟਰਿਸਟਿਕਸ ਵੀ ਕਹਿ ਦਿੰਦੇ ਹਾਂ, ਅਜੰਪਸ਼ਨਸ ਵੀ ਕਹਿ ਦਿੰਦੇ ਹਾਂ, ਮਾਨਤਾਵਾਂ ਵੀ ਕਹਿ ਦਿੰਦੇ ਹਾਂ, ਵਿਸ਼ੇਸ਼ਤਾਵਾਂ ਵੀ ਕਹਿ ਦਿੰਦੇ ਹਾਂ। ਇਸ ਦੀ ਕੀ ਵਿਸ਼ੇਸ਼ਤਾ ਹੈ? ਨੰਬਰ 1, ਵਨ ਸੈਲਰ ਐਂਡ ਲਾਰਜ ਨੰਬਰ ਆਫ ਬਾਇਰਸ। ਇੱਕ ਵੇਚਣ ਵਾਲਾ ਹੁੰਦਾ ਹੈ ਅਤੇ ਖਰੀਦਣ ਵਾਲੇ ਬਹੁਤ ਜ਼ਿਆਦਾ ਹੁੰਦੇ। ਤਾਂ ਆਪਾਂ ਡਿਸਕਸ ਕੀਤੀ ਹੈ ਡੈਫੀਨੇਸ਼ਨ ਦੇ ਵਿੱਚ ਕਿ ਏਕਾਧਿਕਾਰ ਦੇ ਵਿੱਚ ਵਸਤੂ ਨੂੰ ਵੇਚਣ ਵਾਲਾ ਇੱਕ ਹੀ ਫਰਮ ਹੁੰਦੀ ਹੈ, ਲੇਕਿਨ ਜਿਹੜੇ ਖਰੀਦਦਾਰ ਨੇ ਉਹ ਇੱਕ ਨਹੀਂ ਹੁੰਦਾ। ਖਰੀਦਦਾਰ ਬਹੁਤ ਜ਼ਿਆਦਾ ਹੁੰਦੇ ਹੈ। ਬਹੁਤ ਜ਼ਿਆਦਾ ਮੀਨਸ ਕੋਈ ਸੰਖਿਆ ਨੂੰ ਅਸੀਂ ਡਿਫਾਈਨ ਨਹੀਂ ਕਰ ਸਕਦੇ, ਕਿੰਨੇ ਵੀ ਹੋ ਸਕਦੇ ਹਨ, ਅਨੰਤ ਤੱਕ ਹੋ ਸਕਦੇ ਹਨ, ਅਣਗਿਣਤ ਹੋ ਸਕਦੇ ਹਨ। ਤਾਂ ਦੂਸਰੀ ਹੈ ਮੋਨੋਪੋਲੀ ਇਜ਼ ਆਲਸੋ ਐਨ ਇੰਡਸਟਰੀ। ਕਿਉਂਕਿ ਆਪਾਂ ਇੱਕ ਪਿਛਲੇ ਲੈਕਚਰ 'ਚ ਡਿਸਕਸ ਕੀਤਾ ਸੀਗਾ ਕਿ ਫਰਮ ਅਤੇ ਇੰਡਸਟਰੀ 'ਚ ਕੀ ਫਰਕ ਹੁੰਦਾ ਹੈ। ਇੱਕ ਤਰ੍ਹਾਂ ਦੀ ਵਸਤੂ ਨੂੰ ਬਣਾਉਣ ਵਾਲੀ ਫਰਮਾਂ ਦੇ ਸਮੂਹ ਨੂੰ ਅਸੀਂ ਉਦਯੋਗ ਕਹਿੰਦੇ ਹਾਂ। ਤਾਂ ਇਸ ਦੇ ਵਿੱਚ ਕਿਉਂਕਿ ਇੱਕ ਹੀ ਫਰਮ ਹੁੰਦੀ ਹੈ ਜਿਹੜੀ ਕਿ ਉਤਪਾਦਨ ਕਰਦੀ ਹੈ, ਉਸ ਦੇ ਨਾਲ ਦੀ ਕੋਈ ਫਰਮ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਹੁੰਦੀ। ਇਸ ਕਰਕੇ ਫਰਮ ਹੀ ਉਦਯੋਗ ਹੈ ਅਤੇ ਉਦਯੋਗ ਹੀ ਫਰਮ ਹੈ।
ਉਦਯੋਗ ਅਤੇ ਫਰਮ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ। ਤੀਸਰੀ ਜਿਹੜੀ ਵਿਸ਼ੇਸ਼ਤਾ ਹੈ, ਰਿਸਟ੍ਰਿਕਸ਼ਨ ਔਨ ਦਾ ਐਂਟਰੀ ਆਫ ਨਿਊ ਫਰਮਸ, ਮਤਲਬ ਕਿ ਨਵੀਂ ਫਰਮਾਂ ਦੇ ਬਾਜ਼ਾਰ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ, ਪ੍ਰਤੀਯੋਗਿਤਾ ਵਿੱਚ ਸ਼ਾਮਲ ਹੋਣ ਤੇ ਪ੍ਰਤੀਬੰਧ ਹੁੰਦਾ, ਮਨਾਹੀ ਹੁੰਦੀ ਹੈ। ਨਾ ਹੀ ਕੋਈ ਫਰਮ ਮਾਰਕੀਟ 'ਚ ਐਂਟਰ ਕਰ ਸਕਦੀ ਹੈ ਅਤੇ ਨਾ ਹੀ ਛੱਡ ਕੇ ਜਾ ਸਕਦੀ। ਚੌਥੀ ਵਿਸ਼ੇਸ਼ਤਾ ਹੈ ਨੋ ਕਲੋਜ਼ ਸਬਸਟੀਟਿਊਟਸ, ਮਤਲਬ ਕਿ ਕੋਈ ਨਜ਼ਦੀਕੀ ਪ੍ਰਤਿਸਥਾਪਨ ਨਹੀਂ ਹੁੰਦਾ ਕਿ ਜਿਸ ਵਸਤੂ ਦਾ ਉਤਪਾਦਨ ਏਕਾਧਿਕਾਰੀ ਫਰਮ ਕਰਦੀ ਹੈ ਜਾਂ ਏਕਾਧਿਕਾਰੀ ਕਰਦਾ ਹੈ, ਜਾਂ ਜਿਸ ਫਰਮ ਦੀ ਏਕਾਧਿਕਾਰ ਹੁੰਦਾ ਹੈ, ਉਸ ਦੇ ਨਾਲ ਦੀ ਕੋਈ ਵਸਤੂ, ਦੂਸਰੀ ਤਰ੍ਹਾਂ ਦੀ ਦੂਸਰੀ ਵਸਤੂ ਕੋਈ ਹੋਰ ਫਰਮ ਉਤਪਾਦਨ ਨਹੀਂ ਕਰਦੀ। ਫਿਰ ਇੱਕ ਬਹੁਤ ਬੜੀ ਵਿਸ਼ੇਸ਼ਤਾ ਹੈ ਇਸ ਦਾ ਪ੍ਰਾਈਸ ਡਿਸਕ੍ਰਿਮੀਨੇਸ਼ਨ, ਜਿਹਨੂੰ ਅਸੀਂ ਕੀਮਤ ਵਿਤਕਰਾ ਕਹਿੰਦੇ ਹਾਂ, ਕੀਮਤ ਵਿਵੇਦੀਕਰਨ। ਮਾਰਕੀਟ ਦੇ ਵਿੱਚ ਸਿਰਫ ਮੋਨੋਪਲੀ ਹੀ ਕੀਮਤ ਵਿਤਕਰਾ ਕਰ ਸਕਦੀ ਹੈ। ਕੀਮਤ ਵਿਤਕਰਾ ਦਾ ਮਤਲਬ ਕੀ ਹੁੰਦਾ ਹੈ? ਕੀਮਤ ਵਿਤਕਰਾ ਕੀ ਮਤਲਬ ਕਿ ਜਦੋਂ ਇੱਕ ਫਰਮ ਇੱਕੋ ਹੀ ਤਰ੍ਹਾਂ ਦੀ ਵਸਤੂ ਨੂੰ ਵੱਖ-ਵੱਖ ਖਰੀਦਦਾਰਾਂ ਨੂੰ ਅਲੱਗ-ਅਲੱਗ ਕੀਮਤ ਤੇ ਵੇਚੇ। ਮੈਂ ਰਿਪੀਟ ਕਰਦਾ, ਜਦੋਂ ਇੱਕ ਸੈਲਰ, ਇੱਕ ਵੇਚਣ ਵਾਲਾ ਇੱਕੋ ਹੀ ਤਰ੍ਹਾਂ ਦੀ ਵਸਤੂ ਨੂੰ ਵੱਖਰੇ ਵੱਖਰੇ ਖਰੀਦਦਾਰਾਂ ਨੂੰ ਅਲੱਗ-ਅਲੱਗ ਕੀਮਤ ਤੇ ਵੇਚੇ, ਉਸ ਨੂੰ ਅਸੀਂ ਕਹਿੰਦੇ ਹਾਂ ਕੀਮਤ ਵਿਤਕਰਾ। ਮਤਲਬ ਕੀਮਤ ਦੇ ਸੰਬੰਧ ਦੇ ਵਿੱਚ ਉਹ ਵਿਤਕਰਾ ਕਰ ਰਿਹਾ ਹੈ, ਕਿਸੇ ਗ੍ਰਾਹਕ ਨੂੰ, ਕਿਸੇ ਖਰੀਦਦਾਰ ਨੂੰ ਘੱਟ ਕੀਮਤ ਤੇ, ਦੂਸਰੇ ਖਰੀਦਦਾਰ ਨੂੰ ਜ਼ਿਆਦਾ ਕੀਮਤ ਤੇ, ਤੀਸਰੇ ਖਰੀਦਦਾਰ ਨੂੰ ਕਿਸੇ ਹੋਰ ਕੀਮਤ ਤੇ, ਚੌਥੇ ਖਰੀਦਦਾਰ ਨੂੰ ਕਿਸੇ ਹੋਰ ਕੀਮਤ ਤੇ, ਜਾਂ ਉਹ ਅਲੱਗ-ਅਲੱਗ ਗਰੁੱਪ ਬਣਾ ਸਕਦਾ ਹੈ ਖਰੀਦਦਾਰਾਂ ਦੇ। ਤਾਂ ਇਸ ਤਰ੍ਹਾਂ ਜਦੋਂ ਉਹ ਕਰਦਾ ਹੈ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕੀਮਤ ਵਿਤਕਰਾ। ਤਾਂ ਇਕਨੋਮਿਕਸ ਦੇ ਵਿੱਚ ਇਹ ਕੀਮਤ ਵਿਤਕਰਾ ਜਿਹੜਾ ਹੈ ਸਿਰਫ ਮੋਨੋਪਲੀ ਦੇ ਵਿੱਚ, ਏਕਾਧਿਕਾਰ ਦੇ ਵਿੱਚ ਹੀ ਸੰਭਵ ਹੈ, ਹੋਰ ਕਿਸੇ 'ਚ ਨਹੀਂ। ਇੱਕ ਹੋਰ ਵਿਸ਼ੇਸ਼ਤਾ ਜਿਹੜੀ ਹੈ ਐਬਸੈਂਸ ਆਫ ਸਪਲਾਈ ਕਰਵ। ਪਰਫੈਕਟ ਕੰਪੀਟੀਸ਼ਨ ਦੀ ਤਰ੍ਹਾਂ, ਪੂਰਨ ਪ੍ਰਤੀਯੋਗਿਤਾ ਦੀ ਤਰ੍ਹਾਂ, ਪੂਰਨ ਪ੍ਰਤੀਯੋਗਿਤਾ ਵਿੱਚ ਇੱਕ ਸਪਲਾਈ ਕਰਵ ਹੁੰਦੀ ਹੈ, ਇੱਕ ਪੂਰਤੀ ਵਕਰ ਹੁੰਦੀ ਹੈ, ਲੇਕਿਨ ਮੋਨੋਪਲੀ ਦੇ ਵਿੱਚ, ਏਕਾਧਿਕਾਰ ਦੇ ਵਿੱਚ ਕੋਈ ਪੂਰਤੀ ਵਕਰ ਨਹੀਂ ਹੁੰਦੀ। ਤਾਂ ਇਹ ਸੀਗੀਆਂ ਇਸ ਦੀਆਂ ਵਿਸ਼ੇਸ਼ਤਾਵਾਂ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਡਿਟਰਮੀਨੇਸ਼ਨ ਆਫ ਪ੍ਰਾਈਸ ਐਂਡ ਇਕੁਇਲੀਬ੍ਰੀਅਮ ਅੰਡਰ ਮੋਨੋਪਲੀ, ਕਿ ਏਕਾਧਿਕਾਰ ਦੇ ਵਿੱਚ ਅਸੀਂ ਕੀਮਤ ਦਾ ਨਿਰਧਾਰਨ ਕਿਵੇਂ ਕਰਦੇ ਹਾਂ ਅਤੇ ਏਕਾਧਿਕਾਰੀ ਫਰਮ ਕਦੋਂ ਕਿਵੇਂ ਸੰਤੁਲਨ ਦੀ ਹਾਲਤ ਵਿੱਚ ਹੁੰਦੀ, ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਲਾਸਟ ਟਾਈਮ 'ਚ ਵੀ ਕੀਤਾ ਸੀਗਾ ਕਿ ਇਕੁਇਲੀਬ੍ਰੀਅਮ ਕਦੋਂ ਹੁੰਦਾ ਹੈ, ਸੰਤੁਲਨ ਦੀ ਹਾਲਤ ਵਿੱਚ ਇੱਕ ਫਰਮ ਕਦੋਂ ਹੁੰਦੀ ਹੈ? ਸੰਤੁਲਨ ਦੀ ਹਾਲਤ ਵਿੱਚ ਫਰਮ ਉਦੋਂ ਹੁੰਦੀ ਹੈ ਜਦੋਂ ਕੋਈ ਵੀ ਫਰਮ ਇਸ ਲੈਵਲ ਦਾ ਉਤਪਾਦਨ ਕਰੇ, ਉਸ ਪੱਧਰ ਤੇ ਉਤਪਾਦਨ ਕਰੇ ਜਿਸ ਤੇ ਉਸ ਨੂੰ ਵੱਧ ਤੋਂ ਵੱਧ ਪ੍ਰੋਫਿਟ, ਵੱਧ ਤੋਂ ਵੱਧ ਲਾਭ ਹੋ ਰਿਹਾ ਹੋਵੇ। ਉਹ ਆਪਣੇ ਉਤਪਾਦਨ ਦੇ ਵਿੱਚ ਨਾ ਕਮੀ ਕਰਨਾ ਚਾਹੇ, ਨਾ ਉਸ 'ਚ ਵਾਧਾ ਕਰਨਾ ਚਾਹੇ, ਅਤੇ ਵਰਤਮਾਨ ਸਥਿਤੀ ਦੇ ਵਿੱਚ ਉਹ ਫਰਮ ਆਪਣੇ ਆਪ ਨੂੰ ਸਭ ਤੋਂ ਚੰਗਾ ਸਮਝੇ, ਤਾਂ ਅਸੀਂ ਕਹਿੰਦੇ ਹਾਂ ਫਰਮ ਜਿਹੜੀ ਹੈ ਸੰਤੁਲਨ ਦੀ ਹਾਲਤ ਵਿੱਚ ਹੁੰਦੀ। ਠੀਕ ਹੈ ਜੀ। ਤਾਂ ਅਸੀਂ ਹੁਣ ਜਿਸ ਤਰ੍ਹਾਂ ਫਿਗਰ 2 ਦੇ ਵਿੱਚ ਦੇਖ ਰਹੇ ਹਾਂ ਕਿ ਰੈਵਨਿਊ, ਟੋਟਲ ਰੈਵਨਿਊ ਅਤੇ ਟੋਟਲ ਕਾਸਟ, ਕੁੱਲ ਆਮਦਨ ਅਤੇ ਕੁੱਲ ਲਾਗਤ ਦੇ ਆਧਾਰ ਤੇ ਅਸੀਂ ਦੇਖਦੇ ਹਾਂ ਕਿ ਏਕਾਧਿਕਾਰੀ ਫਰਮ ਜਿਹੜੀ ਹੈ ਕਦੋਂ ਸੰਤੁਲਨ ਦੀ ਹਾਲਤ ਵਿੱਚ ਹੋਏਗੀ। ਇਸ ਦੇ ਵਿੱਚ TR ਜਿਹੜੀ ਹੈ ਟੋਟਲ ਰੈਵਨਿਊ ਕਰਵ ਹੈ, ਕੁੱਲ ਆਮਦਨ ਵਕਰ ਹੈ, ਅਤੇ ਟੋਟਲ ਕਾਸਟ ਜਿਹੜੀ ਹੈ ਇਹ ਕੁੱਲ ਲਾਗਤ ਕਰਵ ਹੈ। ਟੋਟਲ ਰੈਵਨਿਊ ਕਰਵ ਜਿਉਂ-ਜਿਉਂ ਅਸੀਂ ਉਤਪਾਦਨ ਵਧਾਈ ਜਾਂਦੇ ਹਾਂ, ਲਗਾਤਾਰ ਕੁੱਲ ਆਮਦਨ ਵਿੱਚ ਵਾਧਾ ਤਾਂ ਹੁੰਦਾ ਹੈ, ਪਰ ਘਟਦੀ ਹੋਈ ਦਰ ਨਾਲ। ਘਟਦੀ ਹੋਈ ਦਰ ਦਾ ਮਤਲਬ ਕਿ ਜਿੰਨਾ ਆਮਦਨ ਵਿੱਚ ਵਾਧਾ ਹੋਣਾ ਚਾਹੀਦਾ ਉਨਾ ਨਹੀਂ ਹੁੰਦਾ, ਉਸ ਤੋਂ ਘੱਟ ਹੁੰਦਾ। ਅਤੇ ਕੁੱਲ ਲਾਗਤ ਵਕਰ ਜਿਹੜੀ ਹੈ, ਜਦੋਂ ਅਸੀਂ ਉਤਪਾਦਨ ਵਿੱਚ ਵਾਧਾ ਕਰਦੇ ਹਾਂ, ਪਹਿਲਾਂ ਵੱਧਦੀ ਹੀ ਦਰ ਨਾਲ, ਫਿਰ ਤੇਜ਼ੀ ਦੇ ਨਾਲ, ਪਹਿਲਾਂ ਘਟਦੀ ਹੀ ਦਰ ਨਾਲ, ਫਿਰ ਵੱਧਦੀ ਹੀ ਦਰ ਦੇ ਨਾਲ ਲਾਗਤ ਦੇ ਵਿੱਚ ਵਾਧਾ ਹੁੰਦਾ। ਮੈਂ ਰਿਪੀਟ ਕਰਦਾ, ਪਹਿਲਾਂ ਘਟਦੀ ਹੀ ਦਰ ਨਾਲ ਤੇ ਬਾਅਦ 'ਚ ਵੱਧਦੀ ਹੀ ਦਰ ਨਾਲ ਇਸ ਵਿੱਚ ਵਾਧਾ ਹੁੰਦਾ। ਇਸੀ ਕਰਕੇ P ਤੋਂ M ਤੱਕ ਇਹ ਉੱਪਰ ਵੱਲ ਨੂੰ ਹੈ, ਘਟਦੀ ਹੀ ਦਰ ਨਾਲ ਵੱਧ ਰਹੀ ਹੈ। ਫਿਰ M ਤੋਂ ਲੈ ਕੇ B ਤੱਕ, B ਤੋਂ ਬਾਅਦ ਫਿਰ N ਤੱਕ ਇਹ ਲਗਾਤਾਰ ਜਿਹੜੀ ਹੈ ਕਿ ਕਰਵ ਦੇ ਰੂਪ ਵਿੱਚ ਹੈ। ਇਸ ਦਾ ਮਤਲਬ ਇਹ ਸ਼ੋ ਕਰਦੀ ਹੈ ਕਿ ਵੱਧਦੀ ਹੀ ਦਰ ਨਾਲ ਇਸ 'ਚ ਵਾਧਾ ਹੋ ਰਿਹਾ ਹੈ।
ਤਾਂ ਜਦੋਂ ਲਾਗਤ ਅਤੇ ਰੈਵਨਿਊ ਦਾ ਚੈਪਟਰ ਦੇਖਣਾ ਪਏਗਾ ਸਿਲੇਬਸ, ਤਾਂ ਉਸ ਦੇ ਵਿੱਚ ਅਸੀਂ ਇਸ ਨੂੰ ਡਿਟੇਲ 'ਚ ਡਿਸਕਸ ਕਰਨਾ ਹੈ। ਨਿਚਲੀ ਜਿਹੜੀ ਡਾਇਗਰਾਮ ਹੈ RCED, ਜਿਹੜੀ TP ਵਕਰ ਹੈ, ਕਰਵ ਹੈ, ਇਹ ਹੈ ਟੋਟਲ ਪ੍ਰੋਫਿਟ ਕਰਵ, ਕੁੱਲ ਲਾਭ ਵਕਰ। ਅਸੀਂ ਦੇਖ ਰਹੇ ਹਾਂ ਕਿ ਜੇ ਫਰਮ OQ ਮਾਤਰਾ ਵਿੱਚ ਉਤਪਾਦਨ ਕਰਦੀ ਹੈ ਤਾਂ ਕੁੱਲ ਲਾਭ ਜਿਹੜਾ ਹੈ EQ, ਮਤਲਬ ਕਿ EQ ਜਿਹੜਾ ਹੈ ਉਹ ਪ੍ਰੋਫਿਟ ਹੁੰਦਾ ਹੈ, ਜਿਹੜਾ ਕਿ ਮੈਕਸਿਮਮ ਹੈ, ਜਿਹੜਾ ਕਿ ਅਧਿਕਤਮ ਹੈ। ਇਸ ਬਿੰਦੂ ਤੇ ਜਦੋਂ OQ ਮਾਤਰਾ ਵਿੱਚ ਫਰਮ ਉਤਪਾਦਨ ਕਰਦੀ ਹੈ ਤਾਂ ਕੁੱਲ ਲਾਗਤ ਅਤੇ ਕੁੱਲ ਆਮਦਨ ਵਿੱਚ ਜਿਹੜਾ ਅੰਤਰ ਹੈ ਉਹ ਜ਼ਿਆਦਾ ਹੈ, ਸਭ ਤੋਂ ਜ਼ਿਆਦਾ ਹੈ। AV, ਉੱਪਰਲੀ ਕੁੱਲ ਆਮਦਨ ਅਤੇ ਕੁੱਲ ਲਾਗਤ ਵਿੱਚ ਅੰਤਰ AV ਹੈ। ਅਤੇ ਜਿਹੜੀਆਂ ਪੈਰਲਲ ਲਾਈਨਸ ਨੇ, ਹੌਰੀਜ਼ੌਂਟਲ ਲਾਈਨਸ ਨੇ, ਹੌਰੀਜ਼ੌਂਟਲ ਇਹ ਟੇਂਜੈਂਟ ਹੈ, ਮਤਲਬ ਕਿ ਇਸ ਪੁਆਇੰਟ ਦੇ ਉੱਤੇ ਜਿਹੜੇ ਟੇਂਜੈਂਟ ਨੇ ਉਹ ਇੱਕ ਦੂਜੇ ਦੇ ਕੀ ਨੇ, ਪੈਰਲਲ। ਤਾਂ AV ਪੁਆਇੰਟ ਤੇ AV ਜਿਹੜਾ ਡਿਸਟੈਂਸ ਹੈ, ਜਿਹੜਾ ਗੈਪ ਹੈ, ਉਹ ਕੀ ਹੈ, ਮੈਕਸਿਮਮ ਹੈ। ਇਹ ਸ਼ੋ ਹੁੰਦਾ ਕਿ ਕੁੱਲ ਆਮਦਨ ਸਭ ਤੋਂ ਜ਼ਿਆਦਾ ਹੈ ਅਤੇ ਕੁੱਲ ਲਾਗਤ ਕੀ ਹੈ, ਵਰਤਮਾਨ ਸਥਿਤੀ ਦੇ ਵਿੱਚ ਸਭ ਤੋਂ ਘੱਟ ਹੈ, ਕਿਉਂਕਿ ਕੁੱਲ ਆਮਦਨ ਜ਼ਿਆਦਾ ਹੈ ਅਤੇ ਕੁੱਲ ਲਾਗਤ ਕੀ ਹੈ, ਘੱਟ ਹੈ। ਇਸ ਕਰਕੇ ਲਾਭ ਵੀ ਕੀ ਹੈ, ਜ਼ਿਆਦਾ। ਜੇ ਅਸੀਂ ਅਸੀਂ ਮੀਨਸ ਜੇ ਫਰਮ OQ ਤੋਂ ਜ਼ਿਆਦਾ ਉਤਪਾਦਨ ਕਰਦੀ ਹੈ, OQ ਤੋਂ ਅਸੀਂ D ਵੱਲ ਜਾਂਦੇ ਹਾਂ, ਤਾਂ ਕੁੱਲ ਲਾਗਤ, ਕੁੱਲ ਜਿਹੜੀ ਹੈ ਲਾਗਤ ਵੱਧਦੀ ਹੈ ਅਤੇ ਆਮਦਨ ਕੀ ਹੈ, ਘਟਦੀ ਹੈ ਅਤੇ ਲਾਭ ਘਟਣਾ ਸ਼ੁਰੂ ਹੋ ਜਾਂਦਾ ਹੈ। E ਤੋਂ D ਤੱਕ ਲਾਭ ਲਗਾਤਾਰ ਘਟਦਾ ਹੈ। ਅਤੇ ਜੇ OD ਉਤਪਾਦਨ ਕਰਦੇ ਹੈ, ਕੁੱਲ ਲਾਭ ਜਿਹੜਾ ਹੈ ਉਹ ਸ਼ੂਨਯ ਹੋ ਜਾਂਦਾ, ਜ਼ੀਰੋ ਹੋ ਜਾਂਦਾ। ਅਤੇ ਜੇ OQ ਮਾਤਰਾ ਤੋਂ ਘੱਟ ਉਤਪਾਦਨ ਕਰਦੇ ਹਾਂ, ਅਸੀਂ OQ ਤੋਂ OC ਵੱਲ ਚੱਲਦੇ ਹਾਂ, ਤਾਂ ਲਾਭ ਜਿਹੜਾ ਹੈ ਲਗਾਤਾਰ ਘਟਦਾ ਜਾਂਦਾ ਹੈ। ਅਤੇ C ਬਿੰਦੂ ਤੇ ਜੇ OC ਮਾਤਰਾ ਵਿੱਚ ਉਤਪਾਦਨ ਕਰਦੇ ਹਾਂ ਤਾਂ ਲਾਭ ਕੀ ਹੈ, ਦੁਬਾਰਾ ਫਿਰ ਸ਼ੂਨਯ ਹੋ ਜਾਂਦਾ। ਜਿਸ ਤਰ੍ਹਾਂ ਕਿ C ਬਿੰਦੂ ਤੇ ਉੱਪਰ M ਬਿੰਦੂ ਹੈ ਅਤੇ D ਬਿੰਦੂ ਤੇ ਉੱਪਰ N ਬਿੰਦੂ ਹੈ, ਜਿਹਨੂੰ ਅਸੀਂ ਬ੍ਰੇਕ ਈਵਨ ਐਨਾਲਿਸਿਸ ਕਹਿੰਦੇ ਹਾਂ। ਤਾਂ ਕਹਿਣ ਦਾ ਮਤਲਬ OQ ਮਾਤਰਾ ਇੱਕ ਸੰਤੁਲਿਤ ਉਤਪਾਦਨ ਹੈ। ਇਸ ਤੋਂ ਘੱਟ ਜੇ ਉਤਪਾਦਨ ਕਰਦੇ ਹਾਂ ਜਾਂ ਇਸ ਤੋਂ ਜ਼ਿਆਦਾ ਉਤਪਾਦਨ ਕਰਦੇ ਹਾਂ ਤਾਂ ਫਰਮ ਨੂੰ ਲਾਭ ਜਿਹੜਾ ਹੈ ਘੱਟ ਤੋਂ ਅਧਿਕਤਮ ਤੋਂ ਘੱਟ ਹੋਏਗਾ, ਜ਼ਿਆਦਾ ਤੋਂ ਜ਼ਿਆਦਾ ਤੋਂ ਵੱਧ ਤੋਂ ਘੱਟ ਹੋਏਗਾ। ਇਸ ਕਰਕੇ OQ ਮਾਤਰਾ ਜਿਹੜਾ ਹੈ ਸੰਤੁਲਨ ਉਤਪਾਦਨ ਹੈ। ਇਸ ਬਿੰਦੂ ਤੇ ਇਸ ਉਤਪਾਦਨ ਦੀ ਮਾਤਰਾ ਤੇ ਫਰਮ ਕੀ ਹੈ, ਸੰਤੁਲਨ ਦੀ ਹਾਲਤ ਵਿੱਚ ਹੋਏਗੀ। ਕਿਉਂ ਸੰਤੁਲਨ ਦੀ ਹਾਲਤ ਵਿੱਚ ਹੋਏਗੀ? ਕਿਉਂਕਿ ਫਰਮ ਨੂੰ ਵੱਧ ਤੋਂ ਵੱਧ ਲਾਭ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ। ਇੱਕ ਤਾਂ ਇਹ ਕੁੱਲ ਆਮਦਨ ਅਤੇ ਕੁੱਲ ਲਾਗਤ ਦਾ ਬਿੰਦੂ ਹੈ, ਇਸ ਦੇ ਨਾਲ ਅਸੀਂ ਐਕਸਪਲੇਨ ਕਰ ਸਕਦੇ ਹਾਂ। ਦੂਸਰਾ ਜਿਹੜਾ ਹੈ ਉਹ ਸੀਮਾਂਤ ਆਮਦਨ ਅਤੇ ਸੀਮਾਂਤ ਲਾਗਤ। ਤਾਂ ਸੀਮਾਂਤ ਲਾਗਤ ਅਤੇ ਸੀਮਾਂਤ ਆਮਦਨ ਦੇ ਵਿੱਚ ਦੋ ਸ਼ਰਤਾਂ ਨੇ। ਪਹਿਲੀ ਸ਼ਰਤ ਹੈ, ਉੱਪਰ ਹਲਕਾ ਜਿਹਾ ਨਜ਼ਰ ਆ ਰਿਹਾ ਹੈ ਕਿ ਸੰਤੁਲਨ ਬਿੰਦੂ ਤੇ ਸੀਮਾਂਤ ਆਮਦਨ ਸੀਮਾਂਤ ਲਾਗਤ ਦੇ ਬਰਾਬਰ ਹੋਣੀ ਚਾਹੀਦੀ ਹੈ, ਫਸਟ ਪੁਆਇੰਟ। ਦੂਸਰਾ ਹੈ ਕਿ ਸੀਮਾਂਤ ਵਕਰ, ਸੀਮਾਂਤ ਲਾਗਤ ਵਕਰ MC ਕਰਵ, MR ਕਰਵ ਨੂੰ ਸੀਮਾਂਤ ਆਮਦਨ ਵਕਰ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਕੱਟਣੀ ਚਾਹੀਦੀ। ਤਾਂ ਫਿਗਰ 3 ਦੇ ਵਿੱਚ AR MR ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਹੈ। ਮਾਰਜਨਲ ਕੋਸਟ ਕਰਵ, ਮਾਰਜਨਲ ਕੋਸਟ ਕੀ ਹੈ, ਸੀਮਾਂਤ ਲਾਗਤ ਵਕਰ ਹੇਠਾਂ ਤੋਂ ਉੱਪਰ ਵੱਲ ਨੂੰ ਜਾ ਰਹੀ ਹੈ ਅਤੇ E ਬਿੰਦੂ ਦੇ ਉੱਤੇ ਸੀਮਾਂਤ ਲਾਗਤ ਸੀਮਾਂਤ ਆਮਦਨ ਦੇ ਬਰਾਬਰ ਹੈ ਅਤੇ ਸੀਮਾਂਤ ਲਾਗਤ ਵਕਰ ਸੀਮਾਂਤ ਆਮਦਨ ਵਕਰ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਕੱਟ ਰਹੀ ਹੈ। ਇਸ ਕਰਕੇ ਇਹ ਬਿੰਦੂ ਜਿਹੜਾ ਹੈ ਇੱਕ ਸੰਤੁਲਨ ਦਾ ਬਿੰਦੂ ਹੈ। ਇਸ ਸੰਤੁਲਨ ਦੇ ਬਿੰਦੂ ਤੇ ਉਤਪਾਦਨ ਕਿੰਨਾ ਹੁੰਦਾ ਹੈ, OQ ਮਾਤਰਾ ਦੇ ਵਿੱਚ, ਤਾਂ ਇਸ ਨੂੰ ਅਸੀਂ ਸੰਤੁਲਿਤ ਉਤਪਾਦਨ ਕਹਿੰਦੇ ਹਾਂ। ਜੇ ਅਸੀਂ ਪ੍ਰਾਈਸ ਨੂੰ ਨਿਸ਼ਚਿਤ ਕਰਨਾ ਹੋਵੇ, ਪ੍ਰਾਈਸ ਦਾ ਪਤਾ ਕਰਨਾ ਹੋਵੇ, ਤਾਂ ਪ੍ਰਾਈਸ ਨੂੰ ਅਸੀਂ AR ਤੱਕ ਜਿਹੜੀ EQ ਲਾਈਨ ਹੈ, ਇਸ ਨੂੰ ਅਸੀਂ ਐਵਰੇਜ ਰੈਵਨਿਊ ਤੱਕ ਲੈ ਜਾਂਦੇ ਹਾਂ। ਉਹ ਆਪਾਂ ਨੈਕਸਟ ਡਾਇਗਰਾਮ ਦੇ ਵਿੱਚ ਕਰਾਂਗੇ। ਤਾਂ ਉਹ AR ਜਿਹੜੀ ਹੈ ਔਸਤ ਆਮਦਨ ਵਕਰ ਜਿਹੜੀ ਹੈ ਹਮੇਸ਼ਾ ਹੀ ਕੀਮਤ ਦੇ ਬਰਾਬਰ। ਠੀਕ ਹੈ ਜੀ, ਮੈਂ ਰਿਪੀਟ ਕਰਦਾ, AR MR ਜਿਹੜੇ ਨੇ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਹੈ। MC ਮਾਰਜਨਲ ਕੋਸਟ ਕਰਵ ਹੈ। ਮਾਰਜਨਲ ਕੋਸਟ ਕਰਵ ਮਾਰਜਨਲ ਰੈਵਨਿਊ ਕਰਵ ਨੂੰ E ਬਿੰਦੂ ਤੇ ਕੱਟ ਰਹੀ ਹੈ।
ਇਹ ਬਿੰਦੂ ਤੇ ਮਾਰਜਨ ਕੋਸਟ ਮਾਰਜਨ ਰੈਵਨਿਊ ਦੇ ਬਰਾਬਰ ਹੈ ਅਤੇ ਮਾਰਜਨ ਕੋਸਟ ਕਰਵ ਮਾਰਜਨ ਰੈਵਨਿਊ ਨੂੰ ਸੀਮਾਂਤ ਲਾਗਤ ਵਕਰ ਸੀਮਾਂਤ ਆਮਦਨ ਵਕਰ ਨੂੰ ਹੇਠਾਂ ਤੋਂ ਉੱਪਰ ਵੱਲੋਂ ਕੱਟ ਰਹੀ ਹੈ। ਇਸ ਕਰਕੇ ਇਹ ਸੰਤੁਲਨ ਦਾ ਬਿੰਦੂ ਹੈ, ਅਰਥਾਤ ਏਕਾਧਿਕਾਰੀ ਫਰਮ ਇਹ ਬਿੰਦੂ ਤੇ ਸੰਤੁਲਨ ਦੀ ਹਾਲਤ ਵਿੱਚ ਹੈ, ਵੱਧ ਤੋਂ ਵੱਧ ਉਸਨੂੰ ਲਾਭ ਇੱਥੇ ਪ੍ਰਾਪਤ ਹੋ ਰਿਹਾ ਹੈ। ਇਸ ਬਿੰਦੂ ਤੇ ਜਿੰਨਾ ਫਰਮ ਉਤਪਾਦਨ ਕਰੇਗੀ ਉਸਨੂੰ ਅਸੀਂ ਸੰਤੁਲਿਤ ਉਤਪਾਦਨ ਕਹਾਂਗੇ ਜਾਂ ਸੰਤੁਲਨ ਬਿੰਦੂ ਤੇ ਉਤਪਾਦਨ ਦੀ ਮਾਤਰਾ ਕਹਾਂਗੇ, ਅਤੇ ਇਸ ਬਿੰਦੂ ਤੇ ਜਿੰਨਾ ਉਹ ਕੀਮਤ ਨਿਰਧਾਰਨ ਕਰੇਗੀ ਉਸਨੂੰ ਅਸੀਂ ਸੰਤੁਲਿਤ ਕੀਮਤ ਕਹਾਂਗੇ। ਠੀਕ ਹੈ ਜੀ। ਤਾਂ ਜਦੋਂ ਮਾਰਜਨ ਕੋਸਟ ਅਤੇ ਮਾਰਜਨ ਰੈਵਨਿਊ ਦੇ ਨਾਲ ਅਸੀਂ ਡਿਸਕਸ ਕਰਦੇ ਹਾਂ ਤਾਂ ਜਿਹੜੀ ਫਰਮ ਦੇ ਸੰਤੁਲਨ ਨੂੰ ਅਸੀਂ ਸਮੇਂ ਦੇ ਅਨੁਸਾਰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਅਸੀਂ ਵੰਡ ਸਕਦੇ ਹਾਂ ਥੋੜੇ ਸਮੇਂ ਦੇ ਵਿੱਚ, ਇੱਕ ਕੀ ਹੈ ਲੰਮੇ ਸਮੇਂ ਦੇ ਵਿੱਚ। ਥੋੜੇ ਸਮੇਂ ਦੇ ਵਿੱਚ ਫਰਮ ਨੂੰ ਸੁਪਰ ਨੋਰਮਲ ਪ੍ਰੋਫਿਟ, ਨੋਰਮਲ ਪ੍ਰੋਫਿਟ ਅਤੇ ਲਾਸ ਹੋ ਸਕਦਾ ਹੈ। ਸੁਪਰ ਨੋਰਮਲ ਪ੍ਰੋਫਿਟ ਕੀ ਹੁੰਦਾ ਹੈ? ਅਸਧਾਰਨ ਲਾਭ, ਅਤੇ ਨੋਰਮਲ ਪ੍ਰੋਫਿਟ ਸਧਾਰਨ ਲਾਭ। ਲਾਸ ਜਿਹੜਾ ਹੈ ਉਹ ਨੁਕਸਾਨ ਜਾਂ ਹਾਨੀ ਕਹਿ ਸਕਦੇ ਹਾਂ। ਇਸ ਡਾਇਗਰਾਮ ਦੇ ਵਿੱਚ ਜਿਹੜੀ ਡਾਇਗਰਾਮ ਅਸੀਂ ਦੇਖ ਰਹੇ ਹਾਂ ਸਕਰੀਨ ਤੇ, ਇਹ ਅਸੀਂ ਅਲਪਕਾਲ ਦੀ ਗੱਲ ਕਰ ਰਹੇ ਹਾਂ, ਥੋੜੇ ਸਮੇਂ ਦੀ ਗੱਲ ਕਰ ਰਹੇ ਹਾਂ। ਤਾਂ ਥੋੜੇ ਸਮੇਂ ਦੇ ਵਿੱਚ ਇਹ ਡਾਇਗਰਾਮ ਜਿਹੜੀ ਹੈ ਸੁਪਰ ਨੋਰਮਲ ਪ੍ਰੋਫਿਟ ਨੂੰ ਦਰਸਾਉਂਦੀ ਹੈ। ਤਾਂ ਇਸ ਡਾਇਗਰਾਮ ਨੂੰ ਜੇ ਧਿਆਨ ਨਾਲ ਅਸੀਂ ਸਮਝ ਲਈਏ, ਇਸ ਤੇ 2 ਮਿੰਟ ਲਗਾ ਲਈਏ ਤਾਂ ਜ਼ਿਆਦਾ ਸਪਸ਼ਟਤਾ ਆ ਜਾਏਗੀ। ਤਾਂ ਇਸ ਦੇ ਵਿੱਚ ਵੀ AR, MR ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਹੈ। AC ਐਵਰੇਜ ਕੋਸਟ ਕਰਵ ਹੈ। MC ਕੀ ਹੈ? ਮਾਰਜਨਲ ਕੋਸਟ ਕਰਵ ਹੈ। ਮਾਰਜਨਲ ਕੋਸਟ ਕਰਵ ਮਾਰਜਨ ਰੈਵਨਿਊ ਕਰਵ ਨੂੰ ਦੇ E ਬਿੰਦੂ ਦੇ ਬਰਾਬਰ ਹੈ ਅਤੇ ਮਾਰਜਨ ਰੈਵਨਿਊ ਕਰਵ ਨੂੰ ਹੇਠਾਂ ਤੋਂ ਉੱਪਰ ਨੂੰ E ਬਿੰਦੂ ਤੇ ਕੱਟ ਰਹੀ ਹੈ। ਤਾਂ ਇਹ ਇੱਕ ਸੰਤੁਲਨ ਦਾ ਬਿੰਦੂ ਹੋ ਗਿਆ। ਇਸ ਸੰਤੁਲਨ ਦੇ ਬਿੰਦੂ ਤੇ ਫਰਮ OM ਮਾਤਰਾ ਦੇ ਵਿੱਚ ਉਤਪਾਦਨ ਕਰਦੀ ਹੈ। ਇਸ ਨੂੰ ਅਸੀਂ ਸੰਤੁਲਨ ਉਤਪਾਦਨ ਕਹਿ ਸਕਦੇ ਹਾਂ। ਤਾਂ ਜਦੋਂ ਅਸੀਂ ਕੀਮਤ ਨਿਰਧਾਰਨ ਕਰਨੀ ਹੈ, ਕੀਮਤ ਦਾ ਪਤਾ ਕਰਨਾ ਹੈ, ਇਸ ਨੂੰ ਐਵਰੇਜ ਰੈਵਨਿਊ ਤੱਕ ਲੈ ਜਾਓ। ਤਾਂ E ਬਿੰਦੂ ਤੋਂ ਜੇ ਅਸੀਂ ਲਾਈਨ ਨੂੰ ਉੱਪਰ AR ਤੱਕ ਲੈ ਕੇ ਜਾਂਦੇ ਹਾਂ, EA ਆ ਦੇਖੋ, ਤਾਂ ਇਹ ਬਿੰਦੂ ਤੇ ਤੱਕ ਲੈ ਜਾਂਦੇ ਹਾਂ, ਇਹ AR ਨੂੰ ਟੱਚ ਕਰ ਰਹੀ ਹੈ। ਤਾਂ ਇਹਦਾ ਮਤਲਬ ਹੋ ਗਿਆ ਕਿ ਇਸ ਜੇ ਅਸੀਂ OM ਮਾਤਰਾ ਵਿੱਚ ਉਤਪਾਦਨ ਕਰਦੇ ਹਾਂ ਤਾਂ ਏਕਾਧਿਕਾਰੀ ਫਰਮ ਜਿਹੜੀ ਹੈ ਕੀਮਤ ਕਿੰਨਾ ਨਿਰਧਾਰਨ ਕਰੇਗੀ? AM ਜਾਂ ਲਾਗਤ ਕਿੰਨੀ ਹੋਏਗੀ? ਲਾਗਤ ਹੋਏਗੀ ਔਸਤ ਲਾਗਤ। ਔਸਤ ਲਾਗਤ ਨੂੰ ਜੇ ਅਸੀਂ ਦੇਖਦੇ ਹਾਂ ਤਾਂ BM ਔਸਤ ਲਾਗਤ ਹੋਏਗੀ ਜਾਂ OC ਕਹਿ ਸਕਦੇ ਹਾਂ, BM ਜਾਂ OC। ਤਾਂ ਲਾਗਤ ਹੈਗੀ ਹੈ OC ਪ੍ਰਤੀ ਇਕਾਈ ਦਾ ਉਤਪਾਦਨ ਕਰਨ ਤੇ, ਅਤੇ ਕੀਮਤ ਹੈਗੀ ਹੈ OP। ਤਾਂ ਕੀਮਤ ਜਿਹੜੀ ਹੈ ਏਕਾਧਿਕਾਰੀ ਫਰਮ ਜ਼ਿਆਦਾ ਨਿਸ਼ਚਿਤ ਕਰਦੀ ਹੈ ਅਤੇ ਇਸ ਮਾਤਰਾ ਦਾ ਉਤਪਾਦਨ ਕਰਨ ਤੇ ਲਾਗਤ ਕੀ ਹੈ? ਘੱਟ ਆ ਰਹੀ ਹੈ, OC ਆ ਰਹੀ ਹੈ। ਤਾਂ ਲਾਭ ਕਿੰਨਾ ਹੋ ਰਿਹਾ ਹੈ? ਇੱਕ ਇਕਾਈ ਦਾ ਉਤਪਾਦਨ ਕਰਨ ਤੇ ਲਾਭ ਹੋ ਰਿਹਾ ਹੈ PC ਜਾਂ AV। ਪਰੰਤੂ ਫਰਮ ਉਤਪਾਦਨ ਕਰਦੀ ਹੈ OM ਮਾਤਰਾ ਦੇ ਵਿੱਚ। ਜੇ ਅਸੀਂ PC ਨੂੰ OM ਨਾਲ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ ਲਾਭ ਕਿੰਨਾ ਆ ਜਾਏਗਾ? CPAB। ਤਾਂ ਜਿਹੜਾ ਸ਼ੇਡਡ ਪੋਰਸ਼ਨ ਹੈ ਇਹ ਸਾਨੂੰ ਸੁਪਰ ਨੋਰਮਲ ਪ੍ਰੋਫਿਟ ਜਾਂ ਅਸਧਾਰਨ ਲਾਭ ਨੂੰ ਦਰਸਾਉਂਦਾ ਹੈ। ਇਸ ਨੂੰ ਦੁਬਾਰਾ ਫਿਰ ਆਪਾਂ ਜੇ ਸਟੱਡੀ ਕਰੀਏ, ਇਹ ਬਿੰਦੂ ਤੇ ਮਾਰਜਨ ਕੋਸਟ ਮਾਰਜਨ ਰੈਵਨਿਊ ਦੇ ਬਰਾਬਰ ਹੈ। ਇਹ ਸੰਤੁਲਨ ਦਾ ਬਿੰਦੂ ਹੈ। ਇਸ ਸੰਤੁਲਨ ਦੇ ਬਿੰਦੂ ਤੇ ਕੀਮਤ ਜਿਹੜੀ ਜ਼ਿਆਦਾ ਹੈ ਅਤੇ ਲਾਗਤ ਕੀ ਹੈ? ਘੱਟ ਹੈ। ਕੀਮਤ ਕਿੰਨੀ ਹੈ? AM ਅਤੇ ਲਾਗਤ ਕਿੰਨੀ ਹੈ? BM। ਤਾਂ ਕਿਉਂਕਿ ਅਸੀਂ ਜੇ ਟੋਟਲ ਮਾਤਰਾ ਵਿੱਚ ਉਤਪਾਦਨ ਕਰਦੇ ਹਾਂ OM ਇਕਾਈਆਂ ਦਾ, ਤਾਂ ਕੁੱਲ ਕੀਮਤ ਕਿੰਨੀ ਹੋਗੀ? ਕੁੱਲ ਆਮਦਨ ਕਿੰਨੀ ਹੋਗੀ? OPAM। ਅਤੇ ਕੁੱਲ ਲਾਗਤ ਕਿੰਨੀ ਹੋਗੀ? OCBM। ਤਾਂ ਕੁੱਲ ਆਮਦਨ ਦੇ ਵਿੱਚੋਂ ਜੇ ਕੁੱਲ ਲਾਗਤ ਅਸੀਂ ਮਾਈਨਸ ਕਰ ਦਈਏ, ਡਿਡਕਟ ਕਰ ਦਈਏ, ਘਟਾ ਦਈਏ, ਤਾਂ ਸਾਡੇ ਕੋਲ ਜਿਹੜਾ ਸ਼ੇਡਡ ਪੋਰਸ਼ਨ ਹੈ, ਜਿਹੜਾ ਛਾਇਆਦਾਰ ਪੋਰਸ਼ਨ ਹੈ, ਉਹ ਹੈ CPAB। ਇਹ ਸਾਨੂੰ
ਅਸਧਾਰਨ ਲਾਭ ਜਾਂ ਸੁਪਰਨੋਰਮਲ ਪ੍ਰੋਫਿਟ ਨੂੰ ਦਰਸਾਉਂਦਾ ਹੈ। ਤਾਂ ਏਕਾਧਿਕਾਰੀ ਫਰਮ ਨੂੰ ਅਲਪਕਾਲ ਦੇ ਵਿੱਚ, ਸ਼ਾਰਟ ਪੀਰੀਅਡ ਦੇ ਵਿੱਚ ਅਸਧਾਰਨ ਲਾਭ ਹੋ ਸਕਦਾ ਹੈ, ਜਿਸ ਤਰ੍ਹਾਂ ਕਿ ਡਾਇਗਰਾਮ 'ਚ ਦਰਸਾਇਆ ਗਿਆ। ਉਸ ਨੂੰ ਨੋਰਮਲ ਪ੍ਰੋਫਿਟ ਵੀ ਹੋ ਸਕਦਾ, ਜਿਸ ਤਰ੍ਹਾਂ ਕਿ ਫਿਗਰ 5 ਦੇ ਵਿੱਚ ਅਸੀਂ ਦਰਸਾ ਰਹੇ ਹਾਂ। ਇਹ ਫਿਗਰ ਵੀ ਸੁਪਰਨੋਰਮਲ ਪ੍ਰੋਫਿਟ ਦੀ ਤਰ੍ਹਾਂ ਹੀ ਹੈ, ਲੇਕਿਨ ਥੋੜਾ ਜਿਹਾ ਅੰਤਰ ਹੈ। ਅੰਤਰ ਕੀ ਹੈ? ਏਆਰ ਐਮਆਰ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਨੂੰ ਦਰਸਾਉਂਦੀ ਹੈ। ਐਵਰੇਜ ਕੋਸਟ ਏਸੀ ਹੈ, ਮਾਰਜਨਲ ਕੋਸਟ ਕੀ ਹੈ? ਐਮਸੀ ਹੈ। ਇਹ ਬਿੰਦੂ ਤੇ ਮਾਰਜਨਲ ਕੋਸਟ ਮਾਰਜਨ ਰੈਵਨਿਊ ਦੇ ਬਰਾਬਰ ਹੈ ਅਤੇ ਹੇਠਾਂ ਤੋਂ ਉੱਪਰ ਵੱਲ ਨੂੰ ਘਟ ਵੀ ਰਹੀ ਹੈ। ਤਾਂ ਇਹ ਸੰਤੁਲਨ ਦਾ ਬਿੰਦੂ ਹੋ ਗਿਆ। ਇਸ ਸੰਤੁਲਨ ਦੇ ਬਿੰਦੂ ਤੇ ਫਰਮ ਉਤਪਾਦਨ ਕਰਦੀ ਹੈ ਓਐਮ ਮਾਤਰਾ ਵਿੱਚ। ਇਹ ਸੰਤੁਲਿਤ ਉਤਪਾਦਨ ਹੋ ਗਿਆ ਜਾਂ ਸੰਤੁਲਨ ਉਤਪਾਦਨ ਹੋ ਗਿਆ। ਜਦੋਂ ਅਸੀਂ ਈ ਬਿੰਦੂ ਤੋਂ ਉੱਪਰ ਏਆਰ ਤੱਕ ਕਰਮ ਨੂੰ ਲੈ ਕੇ ਜਾਂਦੇ ਹਾਂ ਤਾਂ ਕਿੰਨਾ ਹੋ ਗਿਆ? AM, ਜਿਹੜਾ ਕਿ OP ਦੇ ਬਰਾਬਰ ਹੈ। ਤਾਂ ਕੀਮਤ ਹੋ ਗਈ AM ਜਾਂ OP। ਅਤੇ ਇਹ ਬਿੰਦੂ ਤੇ ਦੇਖਦੇ ਹਾਂ ਕਿ ਔਸਤ ਆਮਦਨ ਸੀਮਾਂਤ ਆਮਦਨ ਦੇ ਬਰਾਬਰ, ਕਿਉਂਕਿ ਐਵਰੇਜ ਕੋਸਟ ਕਰਵ ਜਿਹੜੀ ਹੈ, ਔਸਤ ਲਾਗਤ ਵਕਰ ਜਿਹੜੀ ਹੈ, ਐਵਰੇਜ ਰੈਵਨਿਊ ਕਰਵ ਨੂੰ, ਔਸਤ ਆਮਦਨ ਵਕਰ ਨੂੰ ਇਹ ਬਿੰਦੂ ਤੇ ਟੱਚ ਕਰ ਰਹੀ ਹੈ, ਛੂ ਰਹੀ ਹੈ। ਤਾਂ ਛੂਣ ਦਾ ਮਤਲਬ ਕੀ ਹੋ ਗਿਆ ਕਿ ਇਹ ਬਿੰਦੂ ਤੇ ਔਸਤ ਆਮਦਨ, ਔਸਤ ਲਾਗਤ ਦੇ, ਏਸੀ ਕੀ ਹੈ? ਔਸਤ ਲਾਗਤ, ਏਆਰ ਕੀ ਹੈ? ਔਸਤ ਆਮਦਨ। ਤਾਂ ਇਹ ਦੋਨੋਂ ਇੱਕ ਦੂਜੇ ਨੂੰ ਇੱਥੇ ਛੂ ਰਹੇ ਨੇ, ਜਾਂ ਐਵੇਂ ਕਹਿ ਲਈਏ ਕਿ ਇੱਕ ਦੂਜੇ ਦੇ ਬਰਾਬਰ ਨੇ। ਇਹ ਬਿੰਦੂ ਤੇ ਔਸਤ ਆਮਦਨ ਔਸਤ ਲਾਗਤ ਦੇ ਬਰਾਬਰ ਹੈ। ਤਾਂ ਜਦੋਂ ਫਰਮ OM ਮਾਤਰਾ ਵਿੱਚ ਉਤਪਾਦਨ ਕਰਦੀ ਹੈ ਤਾਂ ਇਸ ਦਾ ਮਤਲਬ ਕੀ ਹੋ ਗਿਆ ਕਿ ਜੇ OM ਮਾਤਰਾ ਵਿੱਚ ਉਤਪਾਦਨ ਕਰਦੀ ਹੈ ਤਾਂ ਸੰਤੁਲਨ ਬਿੰਦੂ ਤੇ ਫਰਮ ਨੂੰ ਆਮਦਨ ਕਿੰਨੀ ਹੁੰਦੀ ਹੈ? OPAM। ਅਤੇ ਲਾਗਤ ਕਿੰਨੀ ਹੁੰਦੀ ਹੈ? OPAM। ਕੁੱਲ ਆਮਦਨ ਕੁੱਲ ਲਾਗਤ ਦੇ ਬਰਾਬਰ ਹੈ। ਤਾਂ ਇਸ ਨੂੰ ਅਸੀਂ ਨੋ ਪ੍ਰੋਫਿਟ ਨੋ ਲਾਸ ਨਹੀਂ ਕਹਿੰਦੇ ਇਕਨੋਮਿਕਸ ਦੇ ਵਿੱਚ, ਅਸੀਂ ਕਹਿੰਦੇ ਹਾਂ ਫਰਮ ਨੂੰ ਸਧਾਰਨ ਲਾਭ ਹੋ ਰਿਹਾ, ਨੋਰਮਲ ਪ੍ਰੋਫਿਟ ਹੋ ਰਿਹਾ ਹੈ। ਇਹ ਨੋਰਮਲ ਪ੍ਰੋਫਿਟ ਕਿਉਂ ਕਹਿੰਦੇ ਆ? ਇਹ ਇੱਕ ਸੈਪਰੇਟ ਕੁਐਸਚਨ ਹੈ। ਜੇ ਕਦੇ ਫੇਸ ਟੂ ਫੇਸ ਅਸੀਂ ਮਿਲੇ ਕਲਾਸ 'ਚ, ਅਸੀਂ ਆਪਾਂ ਇਹਨੂੰ ਡਿਸਕਸ ਕਰ ਸਕਾਂਗੇ। ਨੈਕਸਟ ਹੈ ਕਿ ਫਰਮ ਨੂੰ ਲਾਸ ਵੀ ਹੋ ਸਕਦਾ ਹੈ, ਹਾਨੀ ਵੀ ਹੋ ਸਕਦੀ ਹੈ। ਆ ਜਿਹੜੀ ਫਿਗਰ 6 ਹੈ, ਇਹ ਹਾਨੀ ਨੂੰ ਦਰਸਾਉਂਦੀ ਹੈ। ਇਹ ਵੀ ਉਸੇ ਤਰ੍ਹਾਂ ਦੀ ਕਰਵ ਹੈ ਜਿਸ ਤਰ੍ਹਾਂ ਕਿ ਆਪਾਂ ਸੁਪਰਨੋਰਮਲ ਪ੍ਰੋਫਿਟ ਅਤੇ ਨੋਰਮਲ ਪ੍ਰੋਫਿਟ ਦੀ ਗੱਲ ਕੀਤੀ ਹੈ। ਤਾਂ ਇਸ ਦੇ ਵਿੱਚ ਵੀ ਏਆਰ ਐਮਆਰ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਨੂੰ ਦਰਸਾਉਂਦੀ ਹੈ। SAC ਸ਼ਾਰਟ ਰਨ ਐਵਰੇਜ ਕੋਸਟ ਕਰਵ, ਮਤਲਬ ਥੋੜੇ ਸਮੇਂ ਦੀ ਜਾਂ ਅਲਪਕਾਲੀਨ ਔਸਤ ਲਾਗਤ ਵਕਰ ਨੂੰ ਦਰਸਾਉਂਦੀ ਹੈ। ਅਤੇ MC ਜਿਹੜੀ ਹੈ ਮਾਰਜਨਲ ਕੋਸਟ ਨੂੰ ਦਰਸਾਉਂਦੀ ਹੈ। ABC ਕੀ ਹੈ? ਐਵਰੇਜ ਵੇਰੀਏਬਲ ਕੋਸਟ, ਔਸਤ ਪਰਿਵਰਤਨਸ਼ੀਲ ਲਾਗਤ ਨੂੰ ਦਰਸਾਉਂਦੀ ਹੈ। ਤਾਂ ਇਹ ਬਿੰਦੂ ਤੇ ਸੰਤੁਲਨ ਹੈ। ਕਿਉਂ ਸੰਤੁਲਨ ਹੈ? ਆਪਾਂ ਕਰ ਚੁੱਕੇ ਹਾਂ ਪਹਿਲਾਂ ਕਿ ਸੀਮਾਂਤ ਲਾਗਤ ਸੀਮਾਂਤ ਆਮਦਨ ਦੇ ਬਰਾਬਰ ਹੈ ਅਤੇ ਮਾਰਜਨਲ ਕੋਸਟ ਕਰਵ ਜਿਹੜੀ ਹੈ ਮਾਰਜਨ ਰੈਵਨਿਊ ਨੂੰ ਨੀਚੇ ਤੋਂ ਉੱਪਰ ਨੂੰ ਕੱਟ ਰਹੀ। ਤਾਂ ਸੰਤੁਲਨ ਹੋ ਗਿਆ। ਇਸ ਸੰਤੁਲਨ ਦੇ ਬਿੰਦੂ ਤੇ ਜਦੋਂ ਅਸੀਂ E ਤੋਂ ਲੈ ਕੇ ਉਹ AR ਤੱਕ, ਔਸਤ ਆਮਦਨ ਤੱਕ ਇਸ ਨੂੰ ਐਕਸਟੈਂਡ ਕਰਦੇ ਹਾਂ, ਇਸ ਨੂੰ ਵਧਾਉਂਦੇ ਹਾਂ, ਤਾਂ B ਬਿੰਦੂ ਤੇ ਔਸਤ ਆਮਦਨ, B ਬਿੰਦੂ ਤੇ ਇਹ ਔਸਤ ਆਮਦਨ ਦੇ ਬਰਾਬਰ ਹੋ ਗਈ। ਤਾਂ ਕੀਮਤ ਕਿੰਨੀ ਨਿਸ਼ਚਿਤ ਹੋ ਗਈ? BM ਜਾਂ P1O ਜਾਂ OP1, ਇੱਕੋ ਗੱਲ। ਤਾਂ ਕੀਮਤ ਕੁੱਲ ਆਮਦਨ ਕਿੰਨੀ ਹੋ ਗਈ? OP1BM। OM ਮਾਤਰਾ ਤੇ ਉਤਪਾਦਨ ਕਰਨ ਦੇ ਨਾਲ ਫਰਮ ਨੂੰ ਕੁੱਲ ਆਮਦਨ ਕਿੰਨੀ ਹੁੰਦੀ ਹੈ? OP1BM। ਅਤੇ ਇਹੀ ਪਰਿਵਰਤਨਸ਼ੀਲ ਲਾਗਤ ਹੈ। ਪਰਿਵਰਤਨਸ਼ੀਲ ਲਾਗਤ ਕੁੱਲ ਆਮਦਨ ਦੇ ਬਰਾਬਰ। ਇਸ ਨੂੰ ਅਸੀਂ ਛੱਡਣ ਪੁਆਇੰਟ B ਪੁਆਇੰਟ ਨੂੰ ਛੱਡਣ ਪੁਆਇੰਟ B ਕਹਿ ਸਕਦੇ। ਲੇਕਿਨ ਜਿਹੜੀ ਔਸਤ ਲਾਗਤ ਹੈ ਸੰਤੁਲਨ ਬਿੰਦੂ ਤੇ ਉਹ ਹੈ AM, ਕਿਉਂਕਿ ਔਸਤ ਪਰਿਵਰਤਨਸ਼ੀਲ ਔਸਤ ਜਿਹੜੀ ਲਾਗਤ ਹੈ, ਥੋੜੇ ਸਮੇਂ ਦੀ ਔਸਤ ਲਾਗਤ ਹੈ, ਉਹ ਹੈ AM। ਤਾਂ ਔਸਤ ਲਾਗਤ ਹੈ AM, ਕੀਮਤ ਜਿਹੜੀ ਹੈ ਉਹ ਹੈ BM। ਜੇ ਅਸੀਂ OM ਮਾਤਰਾ ਵਿੱਚ ਉਤਪਾਦਨ ਕਰਦੇ ਹਾਂ ਤਾਂ ਕੁੱਲ ਲਾਗਤ ਕਿੰਨੀ ਹੋਗੀ? OPAM।
ਤਾਂ ਕੁੱਲ ਲਾਗਤ ਹੋਗੀ OPAM, परंतु कुल आमदन है OP1BM। तो कुल आमदन साडी घट है, कुल लागत की है ज़्यादा है। कितनी ज़्यादा है लागत जिहड़ी है आमदन नालों, वो है P1PAB। आ जिहड़ा छायादार पोर्शन है, जिहड़ा शेडिड पोर्शन है P1PAB, ये हानि नूं दर्शाता। तो नटशैल ब्रीफ च असीं कह सकते हैं, संखेप च असीं कह सकते हैं कि अल्पकाल दे विच फर्म नूं असाधारण लाभ, सुपनो प्रॉफिट, साधारण लाभ जां हानि भी हो सकती। ये नहीं कि एकाधिकारी है तो उसनूं हानि नहीं हो सकती, हानि भी हो सकती है, असाधारण लाभ भी हो सकता है ਅਤੇ साधारण लाभ भी हो सकता है, कुछ भी हो सकता है अल्पकाल दे विच। लेकिन क्योंकि उत्पादन बंद करन ते पाबंदी हुंदी है, ਤਾਂ ਇਸ ਕਰਕੇ ਫਰਮ ਨੂੰ ਲੰਬੇ ਸਮੇਂ ਦੇ ਵਿੱਚ ਜਾਂ ਦੀਰਘ ਕਾਲ ਦੇ ਵਿੱਚ ਹਮੇਸ਼ਾ ਹੀ ਅਸਾਧਾਰਨ ਲਾਭ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਕਿ ਇਹ ਆਪਾਂ ਡਾਇਗਰਾਮ 'ਚ ਦੇਖੀਏ, ਆਹ ਵਾਲੀ ਡਾਇਗਰਾਮ, ਇਸ ਡਾਇਗਰਾਮ ਸ਼ੋ ਕਰਦੀ ਹੈ ਕਿ ਲੰਬੇ ਸਮੇਂ ਦੇ ਵਿੱਚ ਜਾਂ ਦੀਰਘ ਕਾਲ ਦੇ ਵਿੱਚ ਫਰਮ ਨੂੰ एकाधिकार के अंतर्गत हमेशा ही असाधारण लाभ होएगा। क्यों होएगा वो मैं दस चुका कि रिस्ट्रिक्शन होंदी है, पाबंदी होंदी है फर्म का उद्योग विच आन ते अते छड़ के जाने। तो इस डायग्राम दे विच भी AR-MR जिहड़ी है उस आमदन सीमांत आमदन वक्त नूं रिप्रजेंट करते हैं, प्रतिनिधित्व करते हैं या वो दर्शाते हैं। LAC अते LMC, LAC की है लॉन्ग रन एवरेज कॉस्ट कर्व, दीर्घकालीन औसत लागत वक्र, LMC दीर्घकालीन सीमांत लागत वक्र। तो ये बिंदु ते मार्जिन कॉस्ट मार्जिन रेवेन्यू के बराबर है, सीमांत लागत सीमांत आमदन के बराबर है। इसलिए ये बिंदु एक संतुलन के बिंदु नूं दर्शाता है। इस संतुलन के बिंदु ते उत्पादन OM, तो कीमत कितनी होगी AM जां ON, तो कुल आमदन कितनी होगी ONAM। अते इस संतुलन के बिंदु ते औसत लागत कितनी होगी, वो होगी BM जां OP। तो जो टोटल कॉस्ट लगाइए, कुल लागत लगाइए, तो हो गया OPBM। कुल लागत होगी OPBM अते कुल आमदन है ONAM। तो कुल आमदन कुल लागत नालों ज़्यादा है। इस करके छायादार पोर्शन जिहड़ा है, छायादार जिहड़ा हिस्सा है NPBA ਜਾਂ PNAB कोई गल है। तो इस छायादार पोर्शन ਨੂੰ ਅਸੀਂ ਸੁਪਨੋ ਪ੍ਰੋਫਿਟ ਜਾਂ ਅਸਾਧਾਰਨ ਲਾਭ ਨੂੰ ਕਹਿ ਸਕਦੇ ਹਾਂ ਜਾਂ ਦਰਸਾਉਂਦਾ। ਤਾਂ ਅਸੀਂ ਇਹ ਜਿਹੜਾ ਸੁਪਨੋ ਪ੍ਰੋਫਿਟ ਹੈ ਲੌਂਗ ਰਨ ਦੇ ਵਿੱਚ, ਦੀਰਘ ਕਾਲ ਦੇ ਵਿੱਚ, ਇਸ ਨੂੰ ਲਾਜ਼ ਆਫ ਰਿਟਰਨ ਟੂ ਸਕੇਲ, पैमाने के प्रतिफल नियम के अनुसार इसनूं 3 हिस्सों में वंड सकते हैं। घटते प्रतिफल, इनक्रीजिंग रिटर्न टू स्केल, डिक्रीजिंग रिटर्न टू स्केल अते कॉन्स्टेंट रिटर्न टू स्केल। जे ये जिहड़ा 8th डायग्राम है, फिगर 8 है, ये सानूं शो करता है इनक्रीजिंग रिटर्न टू स्केल जां असीं कह सकते हैं डिक्रीजिंग कॉस्ट, लॉ ऑफ डिक्रीजिंग कॉस्ट। क्योंकि जो जो असीं उत्पादन करिए लागत की है घटती। इस AR-MR जिहड़ी है उस लागत अते सीमांत लागत वक्र नूं रिप्रजेंट करते हैं। तो ये इस यूनिक डायग्राम दे विच AC-MC की जिहड़ी स्लोप है, जी ढलान है, वो हेठां वल नूं है। ये शो करती है कि जो जो असीं उत्पादन विच वाधा करते हैं उस लागत अते सीमांत लागत जिहड़ी है वो घटती। तो यह एक डायग्राम इस तरह की है, यह एक्सैप्शन है जिस दे विच सीमांत लागत वक्र सीमांत आमदन वक्र नूं उपरों कटदी है, हेठां तो नहीं कटदी। एक एक्सैप्शन है। एक्सैप्शन की है कि लॉ ऑफ इनक्रीजिंग रिटर्न टू स्केल, लॉ ऑफ डिक्रीजिंग कॉस्ट दे विच जिहड़ी सीमांत लागत वक्र है, सीमांत आमदन वक्र नूं उपर तो हेठां वल नूं कटदी है। अते जिथे दोनों एक दूजे के बराबर होंगे हैं, जिथे सीमांत लागत सीमांत आमदन के बराबर होंगे हैं, जिस तरह के डायग्राम एरो
पॉइंट दे के शो किया होया है कि इस ई बिंदु ते सीमांत लागत सीमांत आमदन के बराबर है, उत्थे संतुलन हो जाए। तो इस संतुलन के बिंदु ते उत्पादन कर रहे हैं असीं OM ਅਤੇ कीमत हमेशा उस आमदन के बराबर होएगी। तो उस आमदन कितनी है AM, तो कीमत जी है AM ਜਾਂ DB के बराबर होगी। ਅਤੇ इस संतुलन के बिंदु ते लागत, लागत की है औसत लागत, उस लागत का मतलब प्रति इकाई का उत्पादन करने ते लागत। तो प्रति इकाई का उत्पादन करने ते जी लागत है वो है BM जी कि OC के बराबर है। तो कुल लागत कितनी होगी जे असीं OM मात्रा में उत्पादन करते हैं OCBM, तो कुल लागत होगी OCBM ਅਤੇ कुल आमदन है ODM। तो कुल आमदन के विचों जे कुल लागत असीं घटाने हैं माइनस करते हैं तो छाया का जिहड़ा पोर्शन है CDAV ये असाधारण लाभ नूं शो करता है, व्यक्त करता है। ये बड़े पैमाने के प्रतिफल नूं व्यक्त करता है। घटदे पैमाने के प्रतिफल नूं लईए, घटदे पैमाने के प्रतिफल नूं शो करता है लॉ ऑफ डिक्रीजिंग रिटर्न टू स्केल ਜਾਂ ਲਾ ਆਫ इंक्रीजिंग कॉस्ट। इस दे विच जिउं-जिउं असीं उत्पादन विच वाधा करते हैं औसत लागत प्रति इकाई लागत जिहड़ी है, प्रति इकाई का उत्पादन करने दी लागत जिहड़ी है वो बढ़ती है, सीमांत लागत जिहड़ी है ज़्यादा बढ़ती है। AR-MR औसत लागत आमदन ਅਤੇ सीमांत आमदन ਨੂੰ व्यक्त करते हैं। AC-MC औसत लागत ਅਤੇ सीमांत लागत ਨੂੰ व्यक्त करती है। सीमांत लागत वक्र सीमांत आमदन दे एरो दे के शो किया हुआ है ई बिंदु ते एक दूजे के बराबर होंगे ने, यह संतुलन का बिंदु है। इस संतुलन के बिंदु ते उत्पादन करते हैं OM मात्रा दे विच कीमत हमेशा औसत आमदन के बराबर होती है, जिस तरह के डायग्राम के विच AM दिखाया गया। तो AM जिहड़ी कि OD के बराबर है, तो जे असीं OM मात्रा विच उत्पादन करते हैं तो कुल आमदन होगी ODAM। अते कुल जी औसत लागत है इस डायग्राम औसत लागत कितनी होगी BM। AC औसत लागत को दिखाती है, तो BM साडी औसत लागत होगी। जे असीं कुल मात्रा OM मात्रा विच उत्पादन करते हैं तो कुल लागत कितनी होगी OCBM। तो कुल लागत OCBM ਅਤੇ कुल आमदन ODAM। तो कुल आमदन के विचों कुल लागत माइनस करते हैं अगेन शेडिड पोर्शन CDAV सुपनो प्रॉफिट नूं असाधारण लाभ नूं व्यक्त करता है। ये जिहड़ी फिगर 10 है ये शो करती है लॉ ऑफ कॉन्स्टेंट रिटर्न्स टू स्केल, जिन्हों असीं समान पैमाने के प्रतिफल कहते हैं, समान लागत का नियम भी कह सकते हैं। इस दे विच उत्पादन चाहे असीं घट करिए चाहे ज़्यादा करिए तो उस लागत इक्को ही रहिंदी है, उहदे विच कोई तब्दीली नहीं हुंदी। उस लागत सीमांत लागत के बराबर हुंदी है। तो AR-MR जिहड़ी है वो उन्हां दी स्लोप उन्हां दी ढलान नीचे वाल हुंदी है। तो सीमांत लागत सीमांत आमदन के B बिंदु ते बराबर है, B बिंदु ते सीमांत लागत सीमांत आमदन के बराबर है। इस करके ये संतुलन का बिंदु है। इस संतुलन के बिंदु ते उत्पादन करते हैं OM, तो कीमत कितनी होगी, कीमत जिहड़ी है हमेशा ही औसत आमदन के बराबर होएगी। तो A तक एक्सटेंड करते हैं, जे असीं नूं वधाने हैं तो AM जां OD कीमत होगी। OM मात्रा विच उत्पादन करने दे नाल कुल आमदन कितनी होगी ODAM। अते कुल लागत लागत कितनी है उस लागत के बराबर, उस लागत कितनी है BM, तो BM उस लागत होगी। लेकिन उत्पादन असीं कर रहे हैं OM मात्रा विच, तो कुल कुल उत्पादन नूं जदों असीं उस लागत दे नाल गुणा करांगे, उस लागत कितनी है OC जां BM नाल मल्टीप्लाई करांगे गुणा करांगे तो OCBM कुल लागत आ जाएगी। तो इस कुल लागत नूं जे असीं कुल आमदन ODAM चों माइनस करांगे तो CDAB साडे कोल सुपर प्रॉफिट जां असाधारण लाभ आ जाएगा। तो असीं देखिआ
कि एकाधिकार की होंदा है, एकाधिकार दी विशेषतावां की होंदियां, फिर एकाधिकार के अंतर्गत फर्म कदों संतुलन की हालत में आएगी, कुल आमदन ते कुल लागत ਅਤੇ सीमांत लागत ਅਤੇ सीमांत आमदन दोनों ਨੂੰ ਅਸੀਂ देख लिया कि कदों संतुलन ਹੁੰਦਾ है। उस तो बाद ਅਸੀਂ डिस्कस किया कि इसनों समय के अनुसार दो हिस्से में वंड सकते हैं, शॉर्ट पीरियड एंड लॉन्ग पीरियड, मतलब अल्पकाल ਅਤੇ दीर्घकाल। अल्पकाल ਦੇ ਵਿੱਚ एकाधिकारी फर्म ਨੂੰ सुपर प्रॉफिट, नॉन प्रॉफिट ਜਾਂ लॉस, मतलब असाधारण लाभ ਜਾਂ हानि हो सकती है। लेकिन लंबे समय ਦੇ ਵਿੱਚ फर्म ਨੂੰ हमेशा ही असाधारण लाभ, सुपर नॉन प्रॉफिट होएगा। इस लंबे समय ਦੇ ਵਿੱਚ पैमाने ਦੇ प्रतिफल laws of returns to scale ਦੇ ਮੁਤਾਬਕ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ, increasing return to scale, decreasing return to scale ਅਤੇ constant returns to scale। परंतु ਇਹਨਾਂ ਤਿੰਨਾਂ ਹਾਲਤਾਂ ਦੇ ਵਿੱਚ ਫਰਮ ਨੂੰ ਹੋਏਗਾ ਅਸਾਧਾਰਨ ਲਾਭ, ਕਿਉਂਕਿ ਲੰਬੇ ਸਮੇਂ ਦੀ ਅਸੀਂ ਗੱਲ ਕਰਦੇ ਹਾਂ। ਜਿਹੜੇ laws of return to scale ਹੈ ਉਹ ਹਮੇਸ਼ਾ ਹੀ ਲੰਬੇ ਸਮੇਂ ਦੇ ਵਿੱਚ ਲਾਗੂ ਹੁੰਦੇ ਹਨ। ਠੀਕ ਹੈ ਜੀ, ਤਾਂ ਇਹ ਇੱਕ ਕੁਐਸਚਨ ਸਾਡਾ ਹੋ ਗਿਆ। ਹੁਣ ਅਸੀਂ ਮੋਨੋਪੋਲੀ, ਇਕੁਇਲੀਬ੍ਰੀਅਮ ਐਂਡ ਲਾ ਆਫ ਕੋਸਟ ਅਸੀਂ ਡਿਸਕਸ ਕਰ ਲਿਆ। ਹੁਣ ਅਸੀਂ ਡਿਸਕਸ ਕਰਦੇ ਹਾਂ ਕੀਮਤ ਵਿਤਕਰਾ। ਤਾਂ ਕੀਮਤ ਵਿਤਕਰਾ ਜਿਹੜਾ ਹੈ ਇਹ ਕੀ ਹੁੰਦਾ ਹੈ, ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਕੀਮਤ ਵਿਤਕਰਾ ਕੀ ਹੁੰਦਾ ਹੈ। ਜਦੋਂ एकाधिकारी फर्म ਇੱਕੋ ਤਰ੍ਹਾਂ ਦੀ ਵਸਤੂ ਨੂੰ ਵੱਖਰੇ ਵੱਖਰੇ ਖਰੀਦਦਾਰਾਂ ਨੂੰ ਅਲੱਗ-ਅਲੱਗ ਕੀਮਤ ਤੇ ਵੇਚੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਕੀਮਤ ਵਿਤਕਰਾ। ਇਹ ਸਿਰਫ ਏਕਾਧਿਕਾਰ ਦੇ ਵਿੱਚ ਹੀ ਸੰਭਵ ਹੈ, ਬਾਕੀ ਜਿਹੜੇ ਪ੍ਰਤੀਯੋਗਿਤਾਵਾਂ ਨੇ परफेक्ट कंपीटिशन ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਉਹਨਾਂ ਵਿੱਚ ਸੰਭਵ ਨਹੀਂ ਹੈ। ਤਾਂ ਇਹ ਜਿਹੜਾ ਕੀਮਤ ਵਿਤਕਰਾ ਹੈ ਇਹ ਕਈ ਤਰ੍ਹਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਕਿ ਪਰਸਨਲ ਪ੍ਰਾਈਸ ਡਿਸਕ੍ਰਿਮੀਨੇਸ਼ਨ, ਮਤਲਬ ਵਿਅਕਤੀਗਤ ਕੀਮਤ ਵਿਤਕਰਾ। ਜਦੋਂ ਇੱਕੋ ਹੀ ਵਸਤੂ ਨੂੰ ਵੱਖਰੇ ਵੱਖਰੇ ਖਰੀਦਦਾਰਾਂ ਨੂੰ ਅਲੱਗ-ਅਲੱਗ ਕੀਮਤ ਤੇ, ਮਤਲਬ ਵਿਅਕਤੀਗਤ ਤੌਰ ਤੇ ਅਲੱਗ-ਅਲੱਗ ਕੀਮਤ ਤੇ ਵੇਚੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਪਰਸਨਲ ਡਿਸਕ੍ਰਿਮੀਨੇਸ਼ਨ। ਦੂਸਰਾ ਹੈ ਜੀਓਗ੍ਰਾਫੀਕਲ, ਭੂਗੋਲਿਕ ਪ੍ਰਾਈਸ ਡਿਸਕ੍ਰਿਮੀਨੇਸ਼ਨ। ਜਦੋਂ ਕਿ ਭੂਗੋਲਿਕ ਸਥਿਤੀ ਦੇ ਅਨੁਸਾਰ, ਮਤਲਬ ਇੱਕ ਮੰਡੀ ਦੇ ਵਿੱਚ ਇੱਕ ਕੀਮਤ ਤੇ, ਦੂਜੀ ਮੰਡੀ ਵਿੱਚ ਕਿਸੇ ਹੋਰ ਕੀਮਤ ਤੇ, ਤੀਜੀ ਮੰਡੀ ਵਿੱਚ ਕਿਸੇ ਹੋਰ ਕੀਮਤ ਤੇ, ਜੀਓਗ੍ਰਾਫੀ ਦੇ ਅਨੁਸਾਰ, ਭੂਗੋਲਿਕ ਸਥਿਤੀ ਦੇ ਅਨੁਸਾਰ ਜਦੋਂ ਅਸੀਂ ਮੀਨਸ ਏਕਾਧਿਕਾਰੀ ਫਰਮ ਅਲੱਗ-ਅਲੱਗ ਕੀਮਤ ਤੇ ਵੇਚੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਭੂਗੋਲਿਕ ਕੀਮਤ ਵਿਤਕਰਾ। ਫਿਰ ਤੀਸਰਾ ਜਿਹੜਾ ਕੀਮਤ ਵਿਤਕਰਾ ਹੈ ਉਹ ਪ੍ਰਾਈਸ ਡਿਸਕ੍ਰਿਮੀਨੇਸ਼ਨ ਅਕੋਰਡਿੰਗ ਟੂ ਯੂਜ਼, ਪ੍ਰਯੋਗ ਦੇ ਅਨੁਸਾਰ। ਮਤਲਬ ਜਿਸ ਤਰ੍ਹਾਂ ਅਸੀਂ ਬਿਜਲੀ ਦਾ ਪ੍ਰਯੋਗ ਜੇ ਫੈਕਟਰੀਆਂ ਵਿੱਚ ਕਰੀਏ, ਘਰਾਂ ਵਿੱਚ ਕਰੀਏ, ਖੇਤੀਬਾੜੀ ਦੇ ਵਿੱਚ ਕਰੀਏ, ਐਗਰੀਕਲਚਰ ਸੈਕਟਰ ਵਿੱਚ ਕਰੀਏ ਤਾਂ ਕੀਮਤ ਜਿਹੜੀ ਹੈ ਅਲੱਗ-ਅਲੱਗ ਹੈ। ਇੰਡਸਟਰੀਅਲ ਯੂਜ਼ ਦੇ ਲਈ ਕੀਮਤ ਅਲੱਗ ਹੈ, ਖੇਤੀਬਾੜੀ ਦੇ ਵਿੱਚ ਕਰਦੇ ਹਾਂ, ਐਗਰੀਕਲਚਰ ਸੈਕਟਰ ਵਿੱਚ ਕਰਦੇ ਹਾਂ, ਕੀਮਤ ਅਲੱਗ ਹੈ, ਘਰਾਂ ਵਿੱਚ ਕਰਦੇ ਹਾਂ ਤਾਂ ਕੀਮਤ ਜਿਹੜੀ ਹੈ ਬਿਜਲੀ ਦੀ ਉਹ ਕੀ ਹੈ, ਅਲੱਗ ਹੈ। ਤਾਂ ਜਦੋਂ ਯੂਜ਼ ਦੇ ਮੁਤਾਬਕ, ਪ੍ਰਯੋਗ ਦੇ ਅਨੁਸਾਰ, ਜਦੋਂ ਅਸੀਂ ਇੱਕੋ ਹੀ ਤਰ੍ਹਾਂ ਦੀ ਵਸਤੂ ਨੂੰ, ਜਿਸ ਤਰ੍ਹਾਂ ਬਿਜਲੀ ਜਿਹੜੀ ਹੈ ਅਲੱਗ-ਅਲੱਗ ਥੋੜ੍ਹੀ ਹੋਏਗੀ, ਬਿਜਲੀ ਸੇਮ ਹੁੰਦੀ ਹੈ, ਚਾਹੇ ਉਹ ਅਸੀਂ ਫੈਕਟਰੀ 'ਚ ਸਪਲਾਈ ਕਰੀਏ, ਇੰਡਸਟਰੀ ਸੈਕਟਰ ਸਪਲਾਈ ਕਰੀਏ, ਚਾਹੇ ਐਗਰੀਕਲਚਰ ਸੈਕਟਰ ਸਪਲਾਈ ਕਰੀਏ, ਚਾਹੇ ਅਸੀਂ ਡੋਮੈਸਟਿਕ ਸੈਕਟਰ 'ਚ ਸਪਲਾਈ ਕਰੀਏ, ਪਰੰਤੂ ਉਹਦੇ ਜਿਹੜੇ ਚਾਰਜਿਸ ਨੇ, ਜਿਹੜੀ ਉਹਦੀ ਕੀਮਤ ਹੈ ਉਹ ਅਲੱਗ-ਅਲੱਗ ਹੈ। ਤਾਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਅਕੋਰਡਿੰਗ ਟੂ ਟਾਈਮ, ਸਮੇਂ ਦੇ ਅਨੁਸਾਰ ਜਦੋਂ ਕੀਮਤ ਵਿਤਕਰਾ ਹੋਵੇ ਇੱਕੋ ਹੀ ਤਰ੍ਹਾਂ ਦੀ ਵਸਤੂ ਨੂੰ ਸਮੇਂ ਦੇ ਅਨੁਸਾਰ ਅਸੀਂ ਅਲੱਗ-ਅਲੱਗ ਰੇਟ ਤੇ, ਜਿਸ ਤਰ੍ਹਾਂ ਪਹਿਲਾਂ ਜਦੋਂ ਅਸੀਂ ਟੈਲੀਫੋਨ ਨੂੰ ਯੂਜ਼ ਕਰਦੇ ਸੀ, ਲੈਂਡਲਾਈਨ ਜਿਹਨੂੰ ਅਸੀਂ ਕਹਿੰਦੇ ਹਾਂ, ਰਾਤ ਦੇ ਵਿੱਚ ਉਸਦਾ ਰੇਟ ਜਿਹੜਾ ਘੱਟ ਹੁੰਦਾ ਸੀ, ਦਿਨ ਦੇ ਵਿੱਚ ਰੇਟ ਕੀ ਹੈ, ਜ਼ਿਆਦਾ। ਤਾਂ ਟੈਲੀਫੋਨ ਸੇਮ ਹੈ, ਮਾਰਨਿੰਗ ਆਵਰਸ ਦੇ ਵਿੱਚ ਰੇਟ ਕੁਛ ਹੋਰ ਹੈ, ਡੇ ਟਾਈਮ ਦੇ ਵਿੱਚ ਰੇਟ ਕੁਛ ਹੋਰ ਹੈ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਅਕੋਰਡਿੰਗ ਟੂ ਟਾਈਮ। ਇਹ 4-5 ਤਰ੍ਹਾਂ ਦੀ ਜਿਹੜੀ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੋ ਸਕਦੀ ਹੈ। ਫਿਰ ਜਿਹੜੀਆਂ ਡਿਗਰੀਜ਼ ਆਫ ਜਿਹੜੇ ਦਰਜੇ ਨੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੇ, ਇਹ 3 ਤਰ੍ਹਾਂ ਦੇ ਦਰਜੇ ਨੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੇ।
ਇੱਕ ਫਸਟ ਡਿਗਰੀ, ਇੱਕ ਸੈਕੰਡ ਡਿਗਰੀ, ਇੱਕ ਥਰਡ ਡਿਗਰੀ। ਫਸਟ ਡਿਗਰੀ ਦੇ ਵਿੱਚ ਏਕਾਧਿਕਾਰੀ ਫਰਮ ਜਿਹੜੀ ਹੈ ਜਾਂ ਜਿਸ ਫਰਮ ਦੀ ਏਕਾਧਿਕਾਰ ਹੁੰਦਾ ਹੈ, ਉਹ ਫਰਮ ਕਸਟਮਰ ਤੋਂ ਜਿਹੜਾ ਬਾਇਰਸ ਤੋਂ ਉਨੀ ਕੀਮਤ ਲੈਂਦੀ ਹੈ ਵਸਤੂ ਦੀ ਜਿੰਨੀ ਉਹ ਦੇ ਸਕਦਾ। ਕੋਈ ਕੰਜ਼ਿਊਮਰ ਸਰਪਲਸ, ਜਿਹਨੂੰ ਅਸੀਂ ਕੰਜ਼ਿਊਮਰ ਸਰਪਲਸ ਕਹਿੰਦੇ ਆ, ਉਹ ਉਹਦੇ ਕੋਲ ਨਹੀਂ ਛੱਡ, ਮਤਲਬ ਜਿੰਨੀ ਉਹ ਕੀਮਤ ਇੱਕ ਖਰੀਦਦਾਰ ਦੇ ਸਕਦਾ ਹੈ ਵੱਧ ਤੋਂ ਵੱਧ ਹਰੇਕ ਵਸਤੂ ਦੀ, ਜਦੋਂ ਏਕਾਧਿਕਾਰੀ ਫਰਮ ਉਨੀ ਕੀਮਤ ਉਸ ਤੋਂ ਵਸੂਲ ਕਰਦਾ ਹੈ ਅਤੇ ਕੋਈ ਕੰਜ਼ਿਊਮਰ ਸਰਪਲਸ ਉਹਦੇ ਕੋਲ ਨਹੀਂ ਛੱਡਦਾ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਆਫ ਦਾ ਫਰਸਟ ਡਿਗਰੀ। ਪ੍ਰਾਈਸ ਡਿਸਕ੍ਰਿਮੀਨੇਸ਼ਨ ਆਫ ਸੈਕੰਡ ਡਿਗਰੀ ਦੇ ਵਿੱਚ ਜਿਹੜਾ ਏਕਾਧਿਕਾਰੀ ਫਰਮ ਹੈ ਉਹ ਵੱਖਰੀ ਵੱਖਰੀ ਕੀਮਤ ਤੇ ਵਸਤੂ ਨੂੰ ਵੇਚਦਾ ਹੈ। ਉਹ ਇਸ ਤਰ੍ਹਾਂ ਵੇਚਦਾ ਹੈ ਕਿ ਉਹ ਗਰੁੱਪਸ ਬਣਾ ਲੈਂਦਾ ਹੈ, ਜਿਹੜੇ ਬਾਇਰਸ ਨੇ, ਜਿਹੜੇ ਖਰੀਦਦਾਰ ਨੇ, ਉਹਨਾਂ ਦੇ ਗਰੁੱਪਸ ਬਣਾ ਲੈਂਦਾ ਹੈ। ਉਸ ਗਰੁੱਪ, ਜਿਸ ਤਰ੍ਹਾਂ ਸਰਵਿਸ ਕਲਾਸ ਹੈ, ਸਰਵਿਸ ਕਲਾਸ ਦੇ ਨੂੰ ਸਾਰੇ ਸਰਵਿਸ ਕਲਾਸ ਦੇ ਜਿਹੜੇ EMPLOYEES ਨੇ ਉਹਨਾਂ ਤੋਂ ਇੱਕ ਕੀਮਤ ਲਏਗਾ, ਚਾਹੇ ਮਿਨੀਮਮ ਪ੍ਰਾਈਸ ਲਏਗਾ, ਉਸ ਤੋਂ ਘੱਟ ਕੀਮਤ ਲਏਗਾ, ਚਾਹੇ ਉਹਦੇ ਵਿੱਚੋਂ ਕੁਝ ਜਿਹੜੇ ਵਾਇਰਸ ਨੇ ਉਸ ਤੋਂ ਜ਼ਿਆਦਾ ਕੀਮਤ ਦੇਣ ਨੂੰ ਵੀ ਤਿਆਰ ਹੋਣ, ਤਾਂ ਵੀ ਉਹਨਾਂ ਤੋਂ ਘੱਟ ਕੀਮਤ ਉਹ ਲਏਗਾ। ਮਤਲਬ ਕਿ ਉਸਨੂੰ ਗਰੁੱਪਸ ਦੇ ਵਿੱਚ ਡਿਵਾਈਡ ਕਰ ਲਏਗਾ। ਜਿਸ ਤਰ੍ਹਾਂ EMPLOYEES ਨੇ, EMPLOYEE ਦੇ ਵਿੱਚ ਵੀ ਜਿਹੜੇ ਉਹਨਾਂ ਦੇ, ਜਿਸ ਤਰ੍ਹਾਂ ਬੈਂਕਿੰਗ EMPLOYEE ਦੇ ਵਿੱਚ ਸਕੇਲ 1 ਹੈ, ਸਕੇਲ 2 ਹੈ, ਸਕੇਲ 3 ਹੈ, ਸਕੇਲ 4, ਉਹਨਾਂ ਦੇ ਮੁਤਾਬਕ ਜੇ ਉਹ ਕੀਮਤ ਡਿਸਾਈਡ ਕਰੇ ਤਾਂ ਸਕੇਲ 1 ਦੇ ਵਿੱਚ ਮੰਨ ਲਓ ਉਹ ਇੱਕ 10 ਰੁਪਏ ਕੀਮਤ ਕਿਸੇ ਵਸਤੂ ਦੀ ਕੀਮਤ ਨਿਰਧਾਰਿਤ ਕਰਦਾ ਹੈ, ਲੇਕਿਨ ਉਸ ਸਕੇਲ 1 ਦੇ ਵਿੱਚ ਵੀ ਕਈਆਂ ਦੀ ਪੋਜੀਸ਼ਨ ਇਸ ਤਰ੍ਹਾਂ ਦੀ ਹੋਏਗੀ, ਅਫੋਰਡੇਬਿਲਿਟੀ ਇਸ ਤਰ੍ਹਾਂ ਦੀ ਹੋਏਗੀ ਕਿ ਉਹ 10 ਤੋਂ ਜ਼ਿਆਦਾ ਕੀਮਤ ਦੇ ਸਕਦੇ ਹੈ, ਉਹ 15 ਰੁਪਏ ਕੀਮਤ ਦੇ ਸਕਦੇ ਹੈ, ਪਰੰਤੂ ਉਹਨਾਂ ਤੋਂ ਲਈ ਜਾਏਗੀ 10 ਰੁਪਏ, ਕਿਉਂਕਿ ਉਸ ਦੇ ਅੰਤਰਗਤ, ਉਸ ਗਰੁੱਪ ਦੇ ਅੰਤਰਗਤ ਸਾਰੇ ਹੀ EMPLOYEES ਤੋਂ, ਸਾਰੇ ਹੀ ਵਰਕਰ ਦੇ ਕੋਲੋਂ ਮਿਨੀਮਮ ਪ੍ਰਾਈਸ ਜਿਹੜੀ ਹੈ ਉਹ ਵਸੂਲ ਕੀਤੀ ਜਾਏਗੀ, ਤਾਂ ਕੁਝ EMPLOYEES ਦੇ ਕੋਲ ਕੰਜ਼ਿਊਮਰ ਸਰਪਲਸ ਰਹਿ ਜਾਏਗਾ। ਠੀਕ ਹੈ ਜੀ। ਤਾਂ ਮਤਲਬ ਆਈ ਰਿਪੀਟ ਕਿ ਡਿਫਰੈਂਟ ਬਾਇਰਸ ਨੂੰ, ਅਲੱਗ-ਅਲੱਗ ਬਾਇਰਸ ਨੂੰ ਅਸੀਂ ਕਈ ਗਰੁੱਪਸ ਦੇ ਵਿੱਚ ਵੰਡ ਲੈਂਦੇ ਹਾਂ। ਹਰੇਕ ਗਰੁੱਪ ਦੇ ਵਿੱਚ ਉਸ ਗਰੁੱਪ ਦੀ ਇੱਕ ਮਿਨੀਮਮ ਕੀਮਤ ਜਿਹੜੀ ਹੈ ਉਹ ਵਸੂਲ ਕੀਤੀ ਜਾਂਦੀ ਹੈ ਅਤੇ ਬਾਕੀ EMPLOYEE ਜਿਹੜੇ ਉਸ ਗਰੁੱਪ 'ਚ ਹੁੰਦੇ ਆ ਉਹਨਾਂ ਕੋਲ ਕੰਜ਼ਿਊਮਰ ਸਰਪਲਸ ਬਚ ਜਾਂਦੇ। ਤਾਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਆਫ ਥਰਡ ਡਿਗਰੀ ਦੇ ਵਿੱਚ ਮੰਡੀ ਦੀ ਇਲਾਸਟਿਸਿਟੀ ਦੇ ਮੁਤਾਬਕ, ਮੰਗ ਲੋਚ ਦੇ ਮੁਤਾਬਕ ਅਸੀਂ ਮੰਡੀ ਨੂੰ ਵੰਡ ਲੈਂਦੇ ਹਾਂ ਕਿ ਜਿਸ ਦੇ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਘੱਟ ਹੁੰਦੀ ਹੈ, ਮੰਗ ਲਚਕ ਘੱਟ ਹੁੰਦੀ ਹੈ, ਜਾਂ ਮੰਗ ਲਚਕ ਜ਼ਿਆਦਾ ਹੁੰਦੀ ਹੈ। ਜਿਸ ਮੰਡੀ ਦੇ ਵਿੱਚ ਮੰਗ ਲਚਕ ਘੱਟ ਹੁੰਦੀ ਹੈ ਉਸ 'ਚ ਕੀਮਤ ਜ਼ਿਆਦਾ ਲਈ ਜਾਂਦੀ ਹੈ, ਜ਼ਿਆਦਾ ਨਿਰਧਾਰਿਤ ਹੁੰਦੀ ਹੈ। ਜਿਸ 'ਚ ਮੰਗ ਲਚਕ ਜ਼ਿਆਦਾ ਹੋਵੇ ਉਸ 'ਚ ਕੀਮਤ ਕੀ ਹੈ, ਘੱਟ ਵਸੂਲ ਕੀਤੀ ਜਾਂਦੀ ਹੈ। ਤਾਂ ਮਤਲਬ ਇਲਾਸਟਿਸਿਟੀ ਆਫ ਡਿਮਾਂਡ ਦੇ ਅਨੁਸਾਰ ਮਾਰਕੀਟ ਨੂੰ, ਟੋਟਲ ਮਾਰਕੀਟ ਨੂੰ ਸਬ ਮਾਰਕੀਟਸ ਦੇ ਵਿੱਚ, ਉਪ ਮਾਰਕੀਟ ਦੇ ਵਿੱਚ ਵੰਡਿਆ ਜਾਂਦਾ ਹੈ ਅਤੇ ਵੰਡਣ ਦਾ ਆਧਾਰ ਆਮ ਤੌਰ ਤੇ ਇਲਾਸਟਿਸਿਟੀ ਆਫ ਡਿਮਾਂਡ ਹੁੰਦਾ। ਤਾਂ ਇਹ ਸੀਗੀ ਪ੍ਰਾਈਸ ਡਿਸਕ੍ਰਿਮੀਨੇਸ਼ਨ ਦਾ ਸਿਧਾਂਤਿਕ ਪੱਖ। ਹੁਣ ਅਸੀਂ ਜਿਹੜਾ ਇਸ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੇ ਵਿੱਚ ਜਿਹੜਾ ਇਕੁਇਲੀਬ੍ਰੀਅਮ ਹੈ, ਜਿਹੜਾ ਸੰਤੁਲਨ ਹੈ, ਉਸ ਦਾ ਨਿਰਧਾਰਨ ਅਸੀਂ ਡਾਇਗਰਾਮ, ਜਿਸ ਤਰ੍ਹਾਂ ਫਿਗਰ 16 ਹੈ, 16 ਡਾਇਗਰਾਮ ਦੇ ਵਿੱਚ ਅਸੀਂ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਿਹੜਾ ਇਕੁਇਲੀਬ੍ਰੀਅਮ ਹੈ ਇਹ ਪ੍ਰਾਈਸ ਡਿਸਕ੍ਰਿਮੀਨੇਸ਼ਨ ਆਫ ਥਰਡ ਡਿਗਰੀ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਆਫ ਤੀਸਰਾ ਦਰਜਾ ਜਿਹੜਾ ਹੈ ਉਸ ਨੂੰ ਵਿਅਕਤ ਕਰਦਾ ਹੈ। ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਕੁਇਲੀਬ੍ਰੀਅਮ ਕਦੋਂ ਹੋਏਗਾ, ਜਦੋਂ ਮਾਰਜਨਲ ਕਾਸਟ ਜਿਹੜਾ ਹੈ ਉਹ ਮਾਰਜਨ ਰੈਵਨਿਊ 1 ਐ ਮਾਰਜਨ ਰੈਵਨਿਊ 2 ਦੇ ਬਰਾਬਰ ਹੋਵੇ। ਮਾਰਜਨ ਰੈਵਨਿਊ 1 ਐ ਮਾਰਜਨ ਰੈਵਨਿਊ 2 ਦਾ ਮਤਲਬ ਕੀ ਹੈ ਕਿ ਇੱਕ ਮਾਰਜਨ ਰੈਵਨਿਊ 1 ਦਾ ਮਤਲਬ ਪਹਿਲੀ ਮਾਰਕੀਟ ਦੇ ਵਿੱਚ ਮਾਰਜਨ ਰੈਵਨਿਊ ਜਦੋਂ ਦੂਜੀ ਮਾਰਕੀਟ ਦੇ ਵਿੱਚ ਮਾਰਜਨ ਰੈਵਨਿਊ ਦੇ ਬਰਾਬਰ ਹੋਵੇ ਅਤੇ ਇਹਨਾਂ ਦੋਨਾਂ ਮਾਰਕੀਟ ਦੇ ਵਿੱਚ ਮਾਰਜਨ ਕਾਸਟ ਜਿਹੜੀ ਇੱਕ ਦੂਜੇ ਦੇ ਬਰਾਬਰ ਹੋਵੇ। ਤਾਂ ਇਸ ਡਾਇਗਰਾਮ ਦੇ ਵਿੱਚ A ਮਾਰਕੀਟ ਜਿਹੜਾ ਹੈ ਇਹਦੇ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਘੱਟ ਹੈ ਅਤੇ B ਮਾਰਕੀਟ ਦੇ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ, ਜ਼ਿਆਦਾ ਹੈ। ਅਤੇ ਜਿਹੜੀ ਕੰਬਾਈਨਡ ਮਾਰਕੀਟ ਹੈ, ਮਾਰਕੀਟ A plus B, ਇਹ ਦੋਨੋਂ ਮਾਰਕੀਟਸ ਦੀ ਮੰਗ ਨੂੰ, AR ਨੂੰ ਕੀ ਹੈ ਅਤੇ MR ਨੂੰ ਇਕੱਠਾ ਸ਼ੋਅ ਕਰ ਰਿਹਾ। ਤਾਂ ਇਸ ਦੀ
ਵਿੱਚ ਮਾਰਕੀਟ ਏ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਲੋਪ ਜਿਹੜੀ ਹੈ ਉਹ ਜ਼ਿਆਦਾ ਹੈ, ਅਤੇ ਬੀ ਮਾਰਕੀਟ 'ਚ ਸਲੋਪ ਕੀ ਹੈ, ਇਲਾਸਟਿਸਿਟੀ ਘੱਟ ਹੈ, ਜ਼ਿਆਦਾ ਹੈ, ਅਤੇ ਏ ਮਾਰਕੀਟ 'ਚ ਇਲਾਸਟਿਕ ਡਿਮਾਂਡ ਕੀ ਹੈ, ਉਹ ਘੱਟ ਹੈ। ਏ ਮਾਰਕੀਟ ਦੇ ਵਿੱਚ ਉਤਪਾਦਨ ਜਿਹੜਾ ਹੈ ਉਹ ਘੱਟ ਹੋਏਗਾ, ਉਹ ਏ, ਅਤੇ ਕੀਮਤ ਕਿੰਨੀ ਨਿਸ਼ਚਿਤ ਹੋ ਰਹੀ ਹੈ, ਉਹ ਹੋ ਰਹੀ ਹੈ OP1। ਅਤੇ ਬੀ ਮਾਰਕੀਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਤਪਾਦਨ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ, OB, ਅਤੇ ਕੀਮਤ ਜਿਹੜੀ ਹੈ ਉਹ ਕੀ ਹੁੰਦੀ ਹੈ, OP2। ਅਤੇ ਜਦੋਂ ਅਸੀਂ OA ਅਤੇ OB ਦੋਨਾਂ ਨੂੰ ਅਸੀਂ ਜੋੜ ਲਈਏ ਤਾਂ ਕੁੱਲ ਉਤਪਾਦਨ ਦੋਨੋਂ ਮਾਰਕੀਟ ਦੇ ਵਿੱਚ ਉਹ ਹੋਏਗਾ OQ। ਇਸ ਦੇ ਵਿੱਚ ਜਿਹੜੀ ਤੀਸਰੀ ਡਾਇਗਰਾਮ ਹੈ ਉਸ 'ਚ ਦਿਖਾਇਆ ਗਿਆ, ਅਤੇ ਜਿਹੜੀ ਕੀਮਤ ਹੈ ਉਹ ਕਿੰਨਾ ਨਿਰਧਾਰਨ ਹੋਏਗੀ, OP। ਕਿਉਂ ਨਿਰਧਾਰਨ ਹੋਏਗਾ OP ਕੀਮਤ, ਕਿਉਂਕਿ E ਬਿੰਦੂ ਤੇ ਮਾਰਜਨਲ ਕਾਸਟ ਜਿਹੜੀ ਹੈ ਉਹ ਕੰਬਾਈਨਡ ਮਾਰਜਨ ਰੈਵਨਿਊ ਨੂੰ, ਜਾਂ MRT ਲਿਖਿਆ ਹੈ, MRT ਦਾ ਮਤਲਬ ਟੋਟਲ ਮਾਰਜਨ ਰੈਵਨਿਊ। ਟੋਟਲ ਮਾਰਜਨ ਰੈਵਨਿਊ ਦਾ ਮਤਲਬ A ਮਾਰਕੀਟ ਅਤੇ B ਮਾਰਕੀਟ ਦੀ ਮਾਰਜਨ ਰੈਵਨਿਊ ਕਰਵ ਜਿਹੜੀ ਹੈ ਉਹ ਉਸ ਮਾਰਜਨ ਰੈਵਨਿਊ ਨੂੰ ਮਾਰਜਨਲ ਕਾਸਟ ਕਰਵ E ਬਿੰਦੂ ਤੇ ਕੱਟਦੀ ਹੈ। ਇਸ E ਬਿੰਦੂ ਤੇ ਸੰਤੁਲਨ ਹੋਣ ਦੇ ਨਾਲ ਜਿਹੜੀ ਇਹ ਇੱਕ ਹੌਰੀਜ਼ੌਂਟਲ ਲਾਈਨ ਸ਼ੋ ਕਰ ਰਹੀ ਹੈ ਕਿ ਇਹ ਜਿਹੜੀ ਕਰਵ ਹੈ, ਮਾਰਜਨਲ ਕਾਸਟ ਜਿਹੜੀ ਕਰਵ ਹੈ, ਉਹ A ਮਾਰਕੀਟ 'ਚ ਵੀ ਅਤੇ B ਮਾਰਕੀਟ 'ਚ ਵੀ ਇੱਥੇ ਸੰਤੁਲਨ ਦੀ ਹਾਲਤ ਵਿੱਚ ਹੁੰਦੀ ਹੈ। ਕੀਮਤ ਜਿਹੜੀ ਹੈ ਇਕੁਇਲੀਬ੍ਰੀਅਮ, ਨੋਟ ਕੀਮਤ, ਕਿ ਇਕੁਇਲੀਬ੍ਰੀਅਮ ਜਿਹੜਾ ਹੈ, ਸੰਤੁਲਨ ਜਿਹੜਾ ਹੈ, ਉਹ ਜਿਸ ਤਰ੍ਹਾਂ ਕਿ ਕੰਬਾਈਨਡ ਮਾਰਕੀਟ ਦੇ ਵਿੱਚ, ਸੰਯੁਕਤ ਮਾਰਕੀਟ ਦੇ ਵਿੱਚ, ਟੋਟਲ ਮਾਰਕੀਟ ਦੇ ਵਿੱਚ E ਬਿੰਦੂ ਤੇ ਸ਼ੋ ਹੋ ਰਿਹਾ ਹੈ, ਇਸ ਤਰ੍ਹਾਂ ਹੀ ਇਹੀ ਸੰਤੁਲਨ ਬਿੰਦੂ ਜਿਹੜਾ ਹੈ A ਮਾਰਕੀਟ 'ਚ ਵੀ ਸ਼ੋ ਹੋਏਗਾ ਅਤੇ B ਮਾਰਕੀਟ 'ਚ ਵੀ ਇੱਥੇ ਹੀ ਇਕੁਇਲੀਬ੍ਰੀਅਮ ਜਿਹੜਾ ਹੋਏਗਾ। ਠੀਕ ਹੈ ਜੀ। ਤਾਂ ਇਹ ਸੀਗਾ ਪ੍ਰਾਈਸ ਡਿਸਕ੍ਰਿਮੀਨੇਸ਼ਨ। ਹੁਣ ਇਸ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੀ ਇੱਕ ਖਾਸ ਸਪੈਸ਼ਲ ਕੇਸ ਹੈ, ਉਹ ਹੈ ਡੰਪਿੰਗ। ਡੰਪਿੰਗ ਜਿਸ ਨੂੰ ਅਸੀਂ ਰਾਸ਼ੀ ਪਾਤਨ ਕਹਿੰਦੇ ਹਾਂ, ਫਿਗਰ 17। ਇਹ ਰਾਸ਼ੀ ਪਾਤਨ ਇਹ ਇੱਕ ਸਪੈਸ਼ਲ ਕੇਸ ਆਫ ਪ੍ਰਾਈਸ ਡਿਸਕ੍ਰਿਮੀਨੇਸ਼ਨ ਆਫ 3rd ਡਿਗਰੀ ਹੈ। ਇਹ ਕੀ ਹੈ, ਰਾਸ਼ੀ ਪਾਤਨ ਕੀ ਹੁੰਦੀ ਹੈ, ਜਦੋਂ ਏਕਾਧਿਕਾਰੀ ਫਰਮ ਫੋਰਨ ਮਾਰਕੀਟ ਦੇ ਵਿੱਚ, ਵਿਦੇਸ਼ੀ ਮਾਰਕੀਟ 'ਚ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਦੋਂ ਵਸਤੂ ਨੂੰ ਵੇਚੇ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਾਂ ਵਰਲਡ ਮਾਰਕੀਟ ਦੇ ਵਿੱਚ, ਕਿਉਂਕਿ ਪਰਫੈਕਟ ਕੰਪੀਟੀਸ਼ਨ, ਪੂਰਨ ਪ੍ਰਤੀਯੋਗਿਤਾ ਤਰ੍ਹਾਂ ਹਾਲਤ ਹੁੰਦੀ ਹੈ, ਬਹੁਤ ਸਾਰੇ ਕੰਪੀਟੀਟਰਸ ਹੁੰਦੇ ਆ ਮਾਰਕੀਟ 'ਚ, ਬਹੁਤ ਸਾਰੇ ਪ੍ਰਤੀਯੋਗੀ ਹੁੰਦੇ ਆ, ਤਾਂ ਉਸ ਹਾਲਤ ਦੇ ਵਿੱਚ ਮਤਲਬ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਘੱਟ ਕੀਮਤ ਤੇ ਆਪਣੀ ਵਸਤੂਆਂ ਨੂੰ ਸਪਲਾਈ ਕਰਦੀ, ਵੇਚਦੀ ਹੈ। ਲੇਕਿਨ ਜਿਹੜੀ ਹੋਮ ਮਾਰਕੀਟ ਹੈ ਜਾਂ ਆਪਣੇ ਮਾਰਕੀਟ ਦੇ ਵਿੱਚ ਉਹਦੀ ਮੋਨੋਪੋਲੀ ਹੁੰਦੀ ਹੈ, ਤਾਂ ਇਸ ਕਰਕੇ ਜਿਹੜਾ ਲੋਸ, ਜਿਹੜਾ ਨੁਕਸਾਨ, ਜਿਹੜੀ ਹਾਨੀ ਉਸ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਹੋਈ ਹੁੰਦੀ ਹੈ, ਵਰਲਡ ਮਾਰਕੀਟ 'ਚ ਹੋਈ ਹੁੰਦੀ ਹੈ, ਉਸ ਦੀ ਭਰਪਾਈ ਉਹ ਆਪਣੇ ਹੋਮ ਮਾਰਕੀਟ ਦੇ ਵਿੱਚ ਕਰਦੀ ਹੈ। ਤਾਂ ਜਿਸ ਤਰ੍ਹਾਂ ਇਸ ਡਾਇਗਰਾਮ ਦੇ ਵਿੱਚ ARW, MRW ਇਹ ਸ਼ੋ ਕਰਦੀ ਹੈ ਕਿ ਵਰਲਡ ਮਾਰਕੀਟ ਦੇ ਵਿੱਚ, W ਦਾ ਮਤਲਬ ਵਰਲਡ ਮਾਰਕੀਟ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਸ ਦਾ ਆਮਦਨ ਸੀਮਾਂਤ ਆਮਦਨ ਦੇ ਬਰਾਬਰ ਹੈ। ਇਹ ਇੱਕ ਪੈਰਲਲ ਹੌਰੀਜ਼ੌਂਟਲ ਕਰਵ ਹੈ ਜਿਹੜੀ ਕਿ ਸ਼ੋ ਕਰਦੀ ਹੈ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੱਕ ਪੂਰਨ ਪ੍ਰਤੀਯੋਗਿਤਾ ਦੀ ਹਾਲਤ ਹੈ, ਅਤੇ ARH ਅਤੇ MRH ਸ਼ੋ ਕਰਦੀ ਹੈ ਔਸਤ ਆਮਦਨ ਅਤੇ ਸੀਮਾਂਤ ਆਮਦਨ ਇਨ ਹੋਮ ਮਾਰਕੀਟ। H ਮੀਨਸ ਹੋਮ ਮਾਰਕੀਟ, ਘਰੇਲੂ ਮਾਰਕੀਟ। ਆ ਜਿਹੜੀ ਮਾਰਜਨਲ ਕਾਸਟ ਕਰਵ ਹੈ ਉਹ T ਬਿੰਦੂ ਦੇ ਉੱਤੇ, ਡਾਇਗਰਾਮ 'ਚ ਦੇਖੋ, T ਬਿੰਦੂ ਦੇ ਉੱਤੇ ਮਾਰਜਨਲ ਕਾਸਟ ਕਰਵ MRW ਨੂੰ ਨੀਚੇ ਤੋਂ ਉੱਪਰ ਨੂੰ ਕੱਟਦੀ ਹੈ। ਤਾਂ T ਬਿੰਦੂ ਵਰਲਡ ਮਾਰਕੀਟ 'ਚ ਸੰਤੁਲਨ ਦਾ ਬਿੰਦੂ ਹੋ ਗਿਆ। ਇਸ ਸੰਤੁਲਨ ਦੇ ਬਿੰਦੂ ਤੇ ਮਤਲਬ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੱਕ ਅਧਿਕਾਰੀ ਫਰਮ OM ਮਾਤਰਾ ਵਿੱਚ ਵਸਤੂ ਦਾ ਉਤਪਾਦਨ ਕਰੇਗੀ ਅਤੇ ਵੇਚੇਗੀ। ਕਿਸ ਕੀਮਤ ਤੇ ਵੇਚੇਗੀ? OP ਕੀਮਤ ਤੇ ਵੇਚੇਗੀ। ਲੇਕਿਨ ਹੋਮ ਮਾਰਕੀਟ ਦੇ ਵਿੱਚ MCMRH ਨੂੰ ਨੀਚੇ ਤੋਂ ਕੱਟ ਰਹੀ ਹੈ ਕਿਸੇ ਹੋਰ ਬਿੰਦੂ ਤੇ, ਲੇਕਿਨ ਉਹ ਕੀ ਕਰੇਗੀ, ਉਸ ਲੋਸ ਦੀ ਭਰਪਾਈ ਜ਼ਿਆਦਾ ਕੀਮਤ ਲੈ ਕੇ ਹੋਮ ਮਾਰਕੀਟ ਦੇ ਵਿੱਚ ਅਤੇ ਘੱਟ ਉਤਪਾਦਨ ਕਰਕੇ ਕਰੇਗੀ। ਉਹ ਕੀ ਹੈ, ਉਤਪਾਦਨ ਕਰੇਗੀ OL ਮਾਤਰਾ ਦੇ ਵਿੱਚ ਘਰੇਲੂ ਮਾਰਕੀਟ 'ਚ ਅਤੇ ਕੀਮਤ ਲਏਗੀ OP1। ਤਾਂ ਮਤਲਬ
ਨਟ ਸ਼ੈਲ ਦੇ ਵਿੱਚ ਸੰਖੇਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਦੋਂ ਇੱਕ ਅਧਿਕਾਰੀ ਫਰਮ ਘੱਟ ਕੀਮਤ ਤੇ ਜ਼ਿਆਦਾ ਉਤਪਾਦਨ ਕਰੇ ਅਤੇ ਹੋਮ ਮਾਰਕੀਟ ਦੇ ਵਿੱਚ ਸੰਤੁਲਨ ਕੀਮਤ ਤੋਂ ਵੀ ਜ਼ਿਆਦਾ ਕੀਮਤ ਲਵੇ ਅਤੇ ਸੰਤੁਲਿਤ ਉਤਪਾਦਨ ਨਾਲੋਂ ਘੱਟ ਉਤਪਾਦਨ ਕਰੇ, ਮਤਲਬ ਉਤਪਾਦਨ ਘੱਟ ਕਰੇ ਅਤੇ ਕੀਮਤ ਕੀ ਹੈ ਜ਼ਿਆਦਾ ਲਵੇ। ਇਹ ਕਿਉਂ ਕਰਦੀ ਹੈ? ਰਿਪੀਟ ਕਰਦਾ ਹੈ ਕਿ ਜਿਹੜਾ ਲਾਸ, ਜਿਹੜੀ ਨੁਕਸਾਨ ਉਸ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਹੋਇਆ, ਉਸ ਲਾਸ ਦੀ ਭਰਪਾਈ ਨੂੰ ਕਰਨ ਦੇ ਲਈ ਕਿਉਂ ਕਰਦੀ ਹੈ ਲਾਸ ਦੀ ਭਰਪਾਈ? ਕਿਉਂਕਿ ਉਹਦੀ ਹੋਮ ਮਾਰਕੀਟ ਦੇ ਵਿੱਚ ਉਸਦੀ ਮੋਨੋਪੋਲੀ ਹੁੰਦੀ ਹੈ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਡੰਪਿੰਗ। ਸੋ ਦਿਸ ਇਜ਼ ਅ ਸਪੈਸ਼ਲ ਕੇਸ ਆਫ ਪ੍ਰਾਈਸ ਡਿਸਕ੍ਰਿਮੀਨੇਸ਼ਨ ਅੰਡਰ ਥਰਡ ਡਿਗਰੀ। ਹੁਣ ਇਸ ਦਾ ਜਿਹੜਾ ਲਾਸਟ ਟੌਪਿਕ ਹੈ ਜਿਹੜਾ ਅਸੀਂ ਕਰਨਾ ਹੈ ਉਹ ਹੈ ਕੰਪੈਰੀਜ਼ਨ ਬਿਟਵੀਨ ਮੋਨੋਪੋਲੀ ਐਂਡ ਪਰਫੈਕਟ ਕੰਪੀਟੀਸ਼ਨ। ਅਸੀਂ ਲਾਸਟ ਲੈਕਚਰ 'ਚ ਪਰਫੈਕਟ ਕੰਪੀਟੀਸ਼ਨ ਪੂਰਨ ਪ੍ਰਤੀਯੋਗਿਤਾ ਕੀਤਾ ਸੀ, ਅੱਜ ਅਸੀਂ ਮੋਨੋਪੋਲੀ ਕੀਤੀ ਹੈ। ਤਾਂ ਜੇ ਸਾਨੂੰ ਇਹ ਦੋਨੋਂ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਏ ਤਾਂ ਅਸੀਂ ਇਹਨਾਂ ਦੋਨਾਂ ਦਾ ਤੁਲਨਾ ਕਰ ਸਕਦੇ ਹਾਂ। ਇਹਨਾਂ ਵਿੱਚ ਕੁਝ ਸਮਾਨਤਾਵਾਂ ਨੇ, ਕੁਝ ਅਸਮਾਨਤਾਵਾਂ ਨੇ। ਤਾਂ ਪੂਰਨ ਪ੍ਰਤੀਯੋਗਿਤਾ ਅਤੇ ਮੋਨੋਪੋਲੀ ਦੇ ਵਿੱਚ ਕੀ ਕੀ ਸਮਾਨਤਾਵਾਂ ਨੇ, ਕੀ ਅਸਮਾਨਤਾਵਾਂ ਨੇ। ਕੰਪੈਰੀਜ਼ਨ ਜੇ ਅਸੀਂ ਕਰੀਏ ਤਾਂ ਕੰਪੈਰੀਜ਼ਨ ਦੇ ਵਿੱਚ ਜੇ ਅਸੀਂ ਇਸ ਦੀ ਗੱਲ ਕਰੀਏ ਕਿ ਨੇਚਰ ਆਫ ਦਾ ਪ੍ਰੋਡਕਟ, ਪਰਫੈਕਟ ਕੰਪੀਟੀਸ਼ਨ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਸਾਰੀਆਂ ਫਰਮਾਂ ਇੱਕੋ ਤਰ੍ਹਾਂ ਦੀ ਵਸਤੂ ਜਿਹੜੀ ਹੈ ਪੈਦਾ ਕਰਦੀ, ਲੇਕਿਨ ਮੋਨੋਪੋਲੀ ਦੇ ਵਿੱਚ ਇੱਕ ਜਿਹੜੀ ਫਰਮ ਹੈ, ਮੋਨੋਪੋਲਿਸਟ ਜਿਹੜੀ ਜਿਸ ਦੀ ਮੋਨੋਪੋਲੀ ਹੁੰਦੀ ਹੈ, ਉਹ ਇੱਕੋ ਤਰ੍ਹਾਂ ਦੀ ਵਸਤੂ ਪੈਦਾ ਕਰ ਸਕਦੀ ਹੈ ਅਤੇ ਅਲੱਗ-ਅਲੱਗ ਤਰ੍ਹਾਂ ਦੀ ਵਸਤੂ ਵੀ ਪੈਦਾ ਕਰ ਸਕਦੀ ਹੈ। ਤਾਂ ਜ਼ਰੂਰੀ ਨਹੀਂ ਹੈ ਕਿ ਉਹ ਸਮਾਨ ਵਸਤੂ ਹੋਮੋਜੀਨੀਅਸ ਗੁਡਸ ਨੂੰ ਪ੍ਰੋਡਿਊਸ ਕਰੇ, ਉਹ ਹੈਟਰੋਜੀਨੀਅਸ ਵੀ ਕਰ ਸਕਦੀ ਹੈ ਅਤੇ ਹੋਮੋਜੀਨੀਅਸ ਵੀ ਪ੍ਰੋਡਿਊਸ ਕਰ ਸਕਦੀ ਹੈ। ਜੇ ਅਸੀਂ ਨੰਬਰ ਆਫ ਬਾਇਰਸ ਐਂਡ ਸੈਲਰਸ ਦੀ ਗੱਲ ਕਰੀਏ ਤਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਨੰਬਰ ਆਫ ਬਾਇਰਸ ਐਂਡ ਸੈਲਰਸ, ਖਰੀਦਦਾਰ ਅਤੇ ਵੇਚਣ ਵਾਲੇ ਬਹੁਤ ਜ਼ਿਆਦਾ ਹੁੰਦੇ। ਪਰ ਪੂਰਨ ਪ੍ਰਤੀਯੋਗਿਤਾ ਦੇ ਵਿੱਚ ਨੰਬਰ ਆਫ ਜਿਹੜੇ ਸੈਲਰਸ ਨੇ, ਮਤਲਬ ਵੇਚਣ ਵਾਲੇ ਦੀ ਸੰਖਿਆ ਅਣਗਿਣਤ ਹੁੰਦੀ ਹੈ। ਲੇਕਿਨ ਮੋਨੋਪੋਲੀ ਦੇ ਵਿੱਚ ਜਿਹੜਾ ਸੈਲਰ ਹੈ ਉਹ ਸਿਰਫ ਇੱਕੋ ਹੀ ਹੁੰਦਾ ਹੈ, ਵੇਚਣ ਵਾਲਾ ਇੱਕੋ ਹੀ ਹੁੰਦਾ ਹੈ ਤੇ ਖਰੀਦਣ ਵਾਲੇ ਬਹੁਤ ਜ਼ਿਆਦਾ ਹੁੰਦੇ। ਫਿਰ ਜੇ ਅਸੀਂ ਕੰਪੈਰੀਜ਼ਨ ਕਰਦੇ ਹਾਂ ਐਂਟਰੀ ਆਫ ਨਿਊ ਫਰਮਸ, ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ ਕੋਈ ਵੀ ਫਰਮ ਕਦੇ ਵੀ ਉਤਪਾਦਨ ਨੂੰ ਸ਼ੁਰੂ ਕਰ ਸਕਦੀ ਹੈ, ਕਦੇ ਵੀ ਉਤਪਾਦਨ ਨੂੰ ਛੱਡ ਕੇ ਜਾ ਸਕਦੀ ਹੈ, ਕੋਈ ਪ੍ਰਤੀਬੰਧ ਨਹੀਂ ਹੁੰਦਾ, ਪੂਰੀ ਫਰੀडम ਹੁੰਦੀ ਹੈ, ਪੂਰੀ ਸੁਤੰਤਰਤਾ ਹੁੰਦੀ ਹੈ। ਲੇਕਿਨ ਮੋਨੋਪੋਲੀ ਦੇ ਵਿੱਚ ਕਿਉਂਕਿ ਫਰਮ ਹੀ ਉਦਯੋਗ ਹੁੰਦਾ ਹੈ, ਉਦਯੋਗ ਹੀ ਫਰਮ ਹੁੰਦੀ ਹੈ, ਤਾਂ ਕੋਈ ਵੀ ਫਰਮ, ਨਵੀਂ ਫਰਮ ਨਾ ਤਾਂ ਉਤਪਾਦਨ ਨੂੰ ਸ਼ੁਰੂ ਕਰ ਸਕਦੀ ਹੈ, ਨਾ ਹੀ ਜਿਸ ਦੀ ਮੋਨੋਪੋਲੀ ਹੁੰਦੀ ਹੈ ਫਰਮ ਦੀ, ਉਹ ਉਤਪਾਦਨ ਨੂੰ ਬੰਦ ਕਰ ਸਕਦੀ ਹੈ। ਕਿਉਂ ਨਹੀਂ ਕਰ ਸਕਦੀ? ਮੈਂ ਦੱਸਿਆ ਸੀ ਪਹਿਲਾਂ ਕਿ ਜੇ ਕੋਈ ਹੋਰ ਨਵੀਂ ਫਰਮ ਉਤਪਾਦਨ ਸ਼ੁਰੂ ਕਰ ਲੈਂਦੀ ਹੈ ਤਾਂ ਮੋਨੋਪੋਲੀ ਖਤਮ ਹੋ ਜਾਏਗੀ, ਡੂਓਪੋਲੀ ਬਣ ਜਾਏਗੀ। ਜੇ ਹੋਰ ਜ਼ਿਆਦਾ ਫਰਮਾਂ, ਕਈ ਫਰਮਾਂ 7, 8, 10 ਫਰਮਾਂ ਹੋ ਜਾਂਦੀਆਂ ਤਾਂ ਓਲੀਗੋਪੋਲੀ, ਅਲਪਦੀ ਓਲੀਗੋਪੋਲੀ ਬਣ ਜਾਏਗੀ। ਜੇ ਜਿਸ ਦੀ ਫਰਮ ਦੀ ਮੋਨੋਪੋਲੀ ਹੈ, ਜੋ ਉਤਪਾਦਨ ਬੰਦ ਕਰ ਦੇਗੀ ਤਾਂ ਉਤਪਾਦਨ ਹੀ ਖਤਮ ਹੋ ਜਾਏਗਾ। ਤਾਂ ਕੋਈ ਵੀ ਫਰਮ ਜਿਹੜੀ ਹੈ, ਨਵੀਂ ਫਰਮ ਉਤਪਾਦਨ ਸ਼ੁਰੂ ਨਹੀਂ ਕਰ ਸਕਦੀ, ਪੁਰਾਣੀ ਫਰਮ ਉਤਪਾਦਨ ਨੂੰ ਬੰਦ ਨਹੀਂ ਕਰ ਸਕਦੀ, ਕਿਉਂਕਿ ਰਿਸਟ੍ਰਿਕਸ਼ਨ ਹੈ। ਫਿਰ ਜਿਹੜੀ ਡਿਮਾਂਡ ਕਰਦੀ ਪ੍ਰਕਿਰਤੀ ਦੀ ਗੱਲ ਕਰੀਏ, ਨੇਚਰ ਆਫ ਡਿਮਾਂਡ ਦੀ ਗੱਲ ਕਰੀਏ, ਪਰਫੈਕਟ ਕੰਪੀਟੀਸ਼ਨ ਦੇ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਕਰ ਹੌਰੀਜ਼ੌਂਟਲ ਹੁੰਦੀ ਹੈ। AR-MR ਔਸਤ ਆਮਦਨ ਅਤੇ ਸੀਮਾਂਤ ਆਮਦਨ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ ਅਤੇ ਇਹ ਹੌਰੀਜ਼ੌਂਟਲ ਕਵਰ ਪੈਰਲਲ ਟੂ ਐਕਸ ਐਕਸਿਸ। ਲੇਕਿਨ ਮੋਨੋਪੋਲੀ ਦੇ ਵਿੱਚ ਔਸਤ ਆਮਦਨ ਉਤਪਾਦਨ ਦੇ ਹਰੇਕ ਬਿੰਦੂ ਤੇ ਜ਼ਿਆਦਾ ਹੁੰਦੀ ਹੈ ਅਤੇ ਸੀਮਾਂਤ ਆਮਦਨ ਜਿਹੜੀ ਹੈ ਉਹ ਘੱਟ ਹੁੰਦੀ ਹੈ। ਇਹਨਾਂ ਦੋਨਾਂ ਦੀ ਢਲਾਨ, ਔਸਤ ਆਮਦਨ ਅਤੇ ਸੀਮਾਂਤ ਆਮਦਨ ਦੀ, ਉਹ ਹੇਠਾਂ ਵੱਧ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਨਵੀਂ ਫਰਮ ਹੈ ਉਹ ਕੀਮਤ ਨੂੰ ਸਵੀਕਾਰ ਕਰਦੀ ਹੈ, ਜੋ ਆਲਰੇਡੀ ਪਹਿਲਾਂ ਤੋਂ ਕੀਮਤ ਜਿਹੜੀ ਹੈ ਮੌਜੂਦ ਹੁੰਦੀ ਹੈ ਮਾਰਕੀਟ ਦੇ ਵਿੱਚ, ਉਸ ਕੀਮਤ ਨੂੰ ਸਵੀਕਾਰ ਕਰਦੀ ਹੈ। ਪ੍ਰਾਈਸ ਟੇਕਰ ਹੁੰਦੀ ਹੈ ਫਰਮ ਜਿਹੜੀ ਹੈ, ਉਹ ਪ੍ਰਾਈਸ ਨੂੰ ਡਿਟਰਮਿਨ ਨਹੀਂ ਕਰਦੀ। ਜੋ ਆਲਰੇਡੀ ਪਹਿਲਾਂ ਤੋਂ ਕੀਮਤ ਮੌਜੂਦ ਹੁੰਦੀ ਹੈ ਉਸ ਕੀਮਤ ਨੂੰ ਸਵੀਕਾਰ ਕਰਕੇ ਉਤਪਾਦਨ ਕਰਦੀ ਹੈ। ਉਹ ਆਪਣੀ ਮਰਜ਼ੀ ਨਾਲ ਕੀਮਤ ਨੂੰ ਘਟਾ ਵਧਾ ਨਹੀਂ ਸਕਦੀ, ਵਸਤੂ ਦੀ ਕੀਮਤ ਇੱਕੋ ਹੀ ਹੁੰਦੀ ਹੈ ਪਰਫੈਕਟ ਕੰਪੀਟੀਸ਼ਨ 'ਚ, ਪੂਰਨ ਪ੍ਰਤੀਯੋਗਿਤਾ ਵਿੱਚ।
ਲੇਕਿਨ ਜਿਹੜੀ ਏਕਾਧਿਕਾਰੀ ਫਰਮ ਹੈ ਉਹ ਕੀਮਤ ਨੂੰ ਡਿਟਰਮਿਨ ਕਰਦੀ ਹੈ, ਕੀਮਤ ਨੂੰ ਆਪ ਨਿਸ਼ਚਿਤ ਕਰਦੀ ਹੈ, ਉਹ ਕੀਮਤ ਨੂੰ ਘਟਾ ਵਧਾ ਸਕਦੀ ਹੈ, ਪ੍ਰਾਈਸ ਡਿਸਕ੍ਰਿਮੀਨੇਸ਼ਨ ਕਰ ਸਕਦੀ ਹੈ। ਪ੍ਰਾਈਸ ਟੇਕਰ ਹੈ, ਪ੍ਰਾਈਸ ਟੇਕਰ ਨਹੀਂ ਹੈ, ਪ੍ਰਾਈਸ ਗਿਵਰ, ਪ੍ਰਾਈਸ ਨੂੰ ਨਿਸ਼ਚਿਤ ਕਰਦੀ ਹੈ। ਅਤੇ ਏਕਾਧਿਕਾਰੀ ਫਰਮ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਨਾਲੋਂ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਉਤਪਾਦਨ ਜਿਹੜੀ ਹੈ ਉਹ ਫਰਮ ਕੀ ਹੈ ਘੱਟ ਕਰਦੀ ਹੈ। ਜਦੋਂ ਕਿ ਏਕਾਧਿਕਾਰੀ ਫਰਮ ਦੇ ਅੰਦਰ ਕਿਉਂਕਿ ਫਰਮਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਇਸ ਕਰਕੇ ਫਰਮ ਦਾ ਜਿਹੜਾ ਸਾਈਜ਼ ਹੈ ਉਹ ਛੋਟਾ ਹੁੰਦਾ ਹੈ, ਉਹ ਉਤਪਾਦਨ ਕੀ ਕਰਦੀ ਹੈ, ਮਤਲਬ ਕੀਮਤ ਘੱਟ ਨਿਸ਼ਚਿਤ ਕਰਦੀ ਹੈ ਅਤੇ ਉਤਪਾਦਨ ਕੀ ਹੈ ਜ਼ਿਆਦਾ ਕਰਦੀ ਹੈ। ਫਿਰ ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ ਲੰਬੇ ਸਮੇਂ ਦੇ ਵਿੱਚ ਫਰਮ ਜਿਹੜੀ ਹੈ ਹਮੇਸ਼ਾ ਹੀ ਨੋਰਮਲ ਪ੍ਰੋਫਿਟ ਅਰਨ ਕਰਦੀ ਹੈ, ਸਧਾਰਨ ਲਾਭ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ। ਜਦੋਂ ਕਿ ਏਕਾਧਿਕਾਰ ਦੇ ਅੰਤਰਗਤ ਫਰਮ ਨੂੰ ਦੀਰਘ ਕਾਲ ਦੇ ਵਿੱਚ, ਲੰਬੇ ਸਮੇਂ ਦੇ ਵਿੱਚ ਅਸਧਾਰਨ ਲਾਭ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ, ਅਸਧਾਰਨ ਲਾਭ। ਜੇ ਅਸੀਂ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਦੀ ਗੱਲ ਕਰੀਏ, ਸਾਧਨਾਂ ਦੀ ਵਰਤੋਂ ਦੀ ਗੱਲ ਕਰੀਏ, ਤਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿੰਨੇ ਵੀ ਸਾਧਨ ਹੁੰਦੇ ਨੇ ਉਸ ਨੂੰ ਪ੍ਰੋਪਰਲੀ ਯੂਜ਼ ਕੀਤਾ ਜਾਂਦਾ ਹੈ, ਉਸ ਨੂੰ ਵੱਧ ਤੋਂ ਵੱਧ ਯੂਜ਼ ਕੀਤਾ ਜਾਂਦਾ ਹੈ, ਵੱਧ ਤੋਂ ਵੱਧ ਉਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਵੱਧ ਤੋਂ ਵੱਧ ਪ੍ਰਯੋਗ ਕਰਕੇ ਉਤਪਾਦਨ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਉਨਾ ਕੀਤਾ ਜਾਂਦਾ ਹੈ। ਜਦੋਂ ਕਿ ਮੋਨੋਪੋਲੀ ਦੇ ਵਿੱਚ ਜਿਹੜੇ ਰਿਸੋਰਸਿਸ ਨੇ, ਜਿਹੜੇ ਸਾਧਨ ਨੇ, ਉਹਨਾਂ ਦਾ ਵੱਧ ਤੋਂ ਵੱਧ ਪ੍ਰਯੋਗ ਨਹੀਂ ਕੀਤਾ ਜਾਂਦਾ, ਇਸਤੇਮਾਲ ਨਹੀਂ ਕੀਤਾ ਜਾਂਦਾ। ਤਾਂ ਜਿੰਨਾ ਸਾਧਨ ਦਾ ਇਸਤੇਮਾਲ ਕਿਉਂਕਿ ਪੂਰਾ ਨਹੀਂ ਹੁੰਦਾ, ਇਸ ਕਰਕੇ ਉਤਪਾਦਨ ਜਿਹੜਾ ਹੈ ਉਹ ਘੱਟ ਹੁੰਦਾ ਹੈ। ਜਦੋਂ ਉਤਪਾਦਨ ਘੱਟ ਹੁੰਦਾ ਹੈ, ਕੀਮਤ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਫਿਰ ਪ੍ਰਾਈਸ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਮੋਨੋਪੋਲੀ 'ਚ ਹੁੰਦੀ ਹੈ। ਪਰਫੈਕਟ ਕੰਪੀਟੀਸ਼ਨ 'ਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੋ ਹੀ ਨਹੀਂ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਪਰਫੈਕਟ ਕੰਪੀਟੀਸ਼ਨ 'ਚ ਪੂਰਨ ਪ੍ਰਤੀਯੋਗਿਤਾ ਦੇ ਵਿੱਚ ਵਸਤੂ ਦੀ ਕੀਮਤ ਹਮੇਸ਼ਾ ਸਮਾਨ ਰਹਿੰਦੀ ਹੈ, ਨਾ ਕੀਮਤ ਘਟਦੀ ਹੈ ਨਾ ਕੀਮਤ ਵੱਧਦੀ। ਤਾਂ ਇਹ ਸੀਗਾ ਸਾਡਾ ਅੱਜ ਦਾ ਟੌਪਿਕ। ਤਾਂ ਆਪਾਂ 1 ਮਿੰਟ ਇਸ ਨੂੰ ਰਿਪੀਟ ਕਰ ਲੈਂਦੇ ਹਾਂ। ਆਪਾਂ ਨੇ ਡਿਸਕਸ ਕੀਤਾ ਪਹਿਲਾਂ ਮੋਨੋਪੋਲੀ ਕੀ ਹੁੰਦੀ ਹੈ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ। ਫਿਰ ਆਪਾਂ ਡਿਸਕਸ ਕੀਤਾ ਕਿ ਮੋਨੋਪੋਲੀ ਦੇ ਅੰਤਰਗਤ ਫਰਮ ਜਿਹੜੀ ਹੈ ਕੀਮਤ ਦਾ ਨਿਰਧਾਰਨ ਕਿਵੇਂ ਕਰਦੀ ਹੈ। ਅਸੀਂ ਦੇਖਿਆ ਸ਼ਾਰਟ ਰਨ ਅਤੇ ਲੌਂਗ ਰਨ 'ਚ ਆਪਾਂ ਡਿਸਕਸ ਕੀਤਾ। ਸ਼ਾਰਟ ਰਨ 'ਚ ਸੁਪਰਨੋਮ ਪ੍ਰੋਫਿਟ, ਨੋਨ ਪ੍ਰੋਫਿਟ ਜਾਂ ਲਾਸ ਹੋ ਸਕਦਾ ਹੈ, ਲੇਕਿਨ ਲੌਂਗ ਰਨ 'ਚ ਉਸਨੂੰ ਸੁਪਰਨੋਮ ਪ੍ਰੋਫਿਟ ਹੀ ਮਿਲੇਗਾ। ਫਿਰ ਅਸੀਂ ਕੀਤਾ ਕਿ ਲੌਂਗ ਰਨ ਦੇ ਵਿੱਚ ਔਨ ਦਾ ਬੇਸਿਸ ਆਫ ਲਾ ਆਫ ਕੋਸਟ ਜਾਂ ਲਾ ਆਫ ਰਿਟਰਨ ਟੂ ਸਕੇਲ ਦੇ ਵਿੱਚ ਉਸਨੂੰ ਮਿਲੇਗਾ ਸੁਪਰਨੋਮ ਪ੍ਰੋਫਿਟ ਹੀ, ਲੇਕਿਨ ਔਨ ਦਾ ਬੇਸਿਸ ਆਫ ਲਾ ਆਫ increasing return to scale, constant return to scale and decreasing return to scale ਦੇ ਵਿੱਚ ਕਿਵੇਂ ਅਸੀਂ ਡਾਇਗਰਾਮ ਦੀ ਮਦਦ ਨਾਲ ਅਸੀਂ ਡਿਸਕਸ ਕੀਤਾ ਕਿ ਮੋਨੋਪੋਲੀ ਦੇ ਵਿੱਚ ਕਿਸ ਤਰ੍ਹਾਂ ਉਸਨੂੰ ਸੁਪਰਨੋਮ ਪ੍ਰੋਫਿਟ ਹੁੰਦਾ ਹੈ। ਫਿਰ ਅਸੀਂ ਡਿਸਕਸ ਕੀਤਾ ਕੀਮਤ ਵਿਤਕਰਾ, ਪ੍ਰਾਈਸ ਡਿਸਕ੍ਰਿਮੀਨੇਸ਼ਨ, ਕਿ ਮੋਨੋਪੋਲੀ ਦੇ ਵਿੱਚ ਇੱਕ ਫਰਮ ਜਿਹੜੀ ਹੈ, ਏਕਾਧਿਕਾਰੀ ਫਰਮ ਜਿਹੜੀ ਹੈ, ਇੱਕੋ ਤਰ੍ਹਾਂ ਦੀ ਵਸਤੂ ਨੂੰ ਅਲੱਗ-ਅਲੱਗ ਕੀਮਤ ਤੇ ਵੱਖਰੇ ਜਿਹੜੇ ਕਸਟਮਰਸ ਨੇ ਜਾਂ ਵਾਇਰਸ ਨੇ ਉਹਨਾਂ ਨੂੰ ਵਸਤੂ ਨੂੰ ਵੇਚਦੀ ਹੈ। ਫਿਰ ਅਸੀਂ ਰਾਸ਼ੀ ਪਾਤਨ ਕੀਤਾ ਕਿ ਏਕਾਧਿਕਾਰੀ ਫਰਮ ਇੰਟਰਨੈਸ਼ਨਲ ਮਾਰਕੀਟ 'ਚ ਘੱਟ ਕੀਮਤ ਤੇ ਜ਼ਿਆਦਾ ਉਤਪਾਦਨ ਅਤੇ ਇੱਕ ਆਪਣੇ ਹੋਮ ਮਾਰਕੀਟ ਦੇ ਵਿੱਚ ਉਸੇ ਵਸਤੂ ਨੂੰ ਵੱਧ ਕੀਮਤ ਤੇ ਘੱਟ ਉਤਪਾਦਨ ਕਰਕੇ ਵੇਚਦੀ ਹੈ। ਫਿਰ ਲਾਸਟ ਦੇ ਵਿੱਚ ਅਸੀਂ ਡਿਸਕਸ ਕੀਤਾ ਕੰਪੈਰੀਜ਼ਨ ਬਿਟਵੀਨ ਮੋਨੋਪੋਲੀ ਐਂਡ ਪਰਫੈਕਟ ਕੰਪੀਟੀਸ਼ਨ। ਥੈਂਕ ਯੂ।